ਹੈਲੋ एवरीवन ਗਿਲਸ ਮਿੰਟੋ ਇਨਲੀ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਬੱਚੋ ਅੱਜ ਆਪਣਾ ਇੰਡਸਟਰੀਅਲ ਲੋਸ ਐਂਡ ਐਕਟਸ ਦਾ ਲੈਕਚਰ ਆਪਾਂ 5th ਦੇਖ ਰਹੇ ਹਾਂ, ਯਾਨੀ ਕਿ ਆਪਾਂ MCQs ਰਿਵੀਜ਼ਨ ਦਾ ਜਿਹੜਾ ਲੈਕਚਰ ਆਪਾਂ 5th ਦੇਖ ਰਹੇ ਹਾਂ। ਇਸ ਵਿੱਚ ਆਪਾਂ ਨਵੇਂ ਜਿਹੜੇ ਕੋਰਸ ਆਏ ਨੇ ਉਹਨਾਂ ਦੀ ਰਿਵੀਜ਼ਨ ਕਰ ਰਹੇ ਹਾਂ ਆਪਾਂ। ਦੈਨ ਤਾਂ ਇਸ ਵਿੱਚ ਵੀ ਆਪਾਂ MCQs ਦੀ ਰਿਵੀਜ਼ਨ ਦੇਖ ਰਹੇ ਹਾਂ। ਸੋ ਪਹਿਲਾ ਕੁਐਸਚਨ ਦੇਖੋ, ਕਹਿੰਦੇ ਐਨ ਐਸਟੈਬਲਿਸ਼ਮੈਂਟ ਟੂ ਵਿਚ ਦਾ ਪ੍ਰੋਵੀਜ਼ਨ ਆਫ ਦੀ ਚੈਪਟਰ 10th ਆਫ ਦੀ ਕੋਡ ਔਨ ਇੰਡਸਟਰੀ ਰਿਲੇਸ਼ਨ applies shall retrench an employee who has been the continuous service for not less than 1 year until he has given the notice of the dash years। ਦੱਸੋ ਮੈਨੂੰ। ਉਹ ਇਹ ਕਹਿ ਰਹੇ ਨੇ ਕਿ ਆਪਣਾ ਜਿਹੜਾ ਕੋਡ ਔਨ ਇੰਡਸਟਰੀਅਲ ਰਿਲੇਸ਼ਨਸ ਆਇਆ ਹੈ ਉਹਦੇ ਚੈਪਟਰ 10th ਵਿੱਚ ਇਹ ਦੱਸਿਆ ਹੋਇਆ ਹੈ ਕਿ ਜੇ ਕਿਸੇ ਇੰਪਲੋਈ ਨੂੰ ਆਪਾਂ ਨੇ ਟਰੈਂਚ ਕਰਨਾ ਹੈ, ਯਾਨੀ ਕਿ ਆਪਾਂ ਨੂੰ ਟਰਮੀਨੇਟ ਕਰਨਾ ਹੈ, ਤਾਂ ਉਹਦੀ ਜਿਹੜੀ ਕੰਟੀਨਿਊ ਸਰਵਿਸ ਹੈ ਘੱਟੋ ਘੱਟ 1 ਸਾਲ ਦੀ ਹੋਣੀ ਚਾਹੀਦੀ ਹੈ, ਤਦ ਹੀ ਉਸ ਨੂੰ ਆਪਾਂ ਨੋਟਿਸ ਦੇ ਪਾਵਾਂਗੇ। ਪਹਿਲੀ ਕੰਡੀਸ਼ਨ ਤਾਂ ਇਹ ਹੋ ਗਈ, ਮਗਰ ਉਹਨਾਂ ਨੇ ਉਰੇ ਇਹ ਨਹੀਂ ਪੁੱਛਿਆ ਕਿ ਲੈਸ ਦੈਨ 1 ਈਅਰ ਵਾਲੀ ਗੱਲ ਨਹੀਂ ਪੁੱਛੀ। ਉਹਨੇ ਜਿਹੜੀ ਨੋਟਿਸ ਦੇਣ ਦੀ ਗੱਲ ਕਹੀ ਹੈ ਨਾ, ਉਹ ਕਹਿੰਦੇ ਜਿਹੜਾ ਨੋਟਿਸ ਦੇਣਾ ਉਹ ਕਿ ਮਤਲਬ ਤੁਹਾਨੂੰ ਕਿੰਨੇ ਮਹੀਨੇ ਦਾ ਮਿਲੇਗਾ, ਯਾਨੀ ਕਿ ਜਿਵੇਂ ਆਪਾਂ ਨੂੰ ਨੌਕਰੀ ਤੋਂ ਕੱਢਣਾ ਕਿਸੇ ਨੂੰ ਤਾਂ ਉਹਨੂੰ 2 ਮਹੀਨੇ ਦਾ ਨੋਟਿਸ ਦਿੰਦੇ ਆਪਾਂ ਕਿ 2 ਮਹੀਨੇ ਦੇ ਅੰਦਰ ਅੰਦਰ ਤੇਰੀ ਜੋਬ ਰਹਿੰਦੀ ਹੈ, ਉਸ ਤੋਂ ਬਾਅਦ ਉਹ ਨਿਕਲ ਜਾਏਗਾ ਉਰੋਂ, ਹੈ ਨਾ। ਬਸ ਉਰੇ ਉਹਨਾਂ ਨੇ ਇਸੇ ਗੱਲ ਬਾਰੇ ਪੁੱਛਿਆ ਕਿ ਕਿੰਨੇ ਮੰਥ ਦਾ ਨੋਟਿਸ ਦੋਗੇ ਉਸ ਨੂੰ ਰਿਟਰੈਂਚ ਕਰਨ ਲਈ। ਡਨ। ਦੱਸੋ ਮੈਨੂੰ। ਜਿਹੜੇ ਆਪਣੇ ਨਵੇਂ ਕੋਰਸ ਔਨ ਇੰਡਸਟਰੀ ਰਿਲੇਸ਼ਨ ਆਏ ਉਸ ਵਿੱਚ ਰਿਟਰੈਂਚ ਕਰਨ ਵਕਤ ਜਦੋਂ ਉਸਦੀ ਜਿਹੜੀ ਕੰਟੀਨਿਊ ਸਰਵਿਸ ਗਿਣੀ ਜਾਂਦੀ ਹੈ ਤਾਂ ਆਪਾਂ ਇਹ ਦੇਖਦੇ ਹਾਂ ਸਭ ਤੋਂ ਪਹਿਲੀ ਕੰਡੀਸ਼ਨ ਕਿ ਘੱਟੋ ਘੱਟ 1 ਸਾਲ ਦੀ ਤਾਂ ਹੋਣੀ ਚਾਹੀਦੀ ਹੈ ਉਹਦੀ ਕੰਟੀਨਿਊ ਸਰਵਿਸ, ਤਾਂ ਹੀ ਉਸ ਨੂੰ ਰਿਟਰੈਂਚ ਕਰਨ ਲਈ ਆਪਾਂ ਨੋਟਿਸ ਦੇਵਾਂਗੇ। ਦੂਜੀ ਗੱਲ, ਜਿਹੜਾ ਨੋਟਿਸ ਦੇਣਾ ਉਹ ਕਿੰਨੇ ਮੰਥਸ ਦਾ ਹੋਏਗਾ, 2 ਮੰਥ, 3 ਮੰਥਸ, 4 ਮੰਥਸ, ਨਨ ਆਫ ਦੀ ਅਬਵ। 2 ਪੰਜਾਬੀ ਵਿੱਚ ਮਿਕਸ ਬੋਲ ਗਿਆ ਹੋਵਾਂ, 2 ਮੰਥਸ, 3 ਮੰਥਸ, 4 ਮੰਥਸ, ਨਨ ਆਫ ਦੀ ਅਬਵ। ਇਹਦਾ ਆਂਸਰ ਆ ਜਾਏਗਾ ਆਪਣਾ, ਦੱਸੋ। ਆਂਸਰ ਆ ਜਾਏਗਾ ਆਪਣਾ ਬੀ ਆ ਜਾਏਗਾ। ਡਨ। ਘੱਟੋ ਘੱਟ ਤੁਹਾਨੂੰ 3 ਮਹੀਨੇ ਦਾ ਨੋਟਿਸ ਤਾਂ ਦੇਣਾ ਹੀ ਪੈਣਾ, ਠੀਕ ਹੈ। ਘੱਟੋ ਘੱਟ 3 ਮਹੀਨੇ ਦਾ ਨੋਟਿਸ ਤਾਂ ਆਪਾਂ ਨੂੰ ਦੇਣਾ ਹੀ ਪੈਣਾ। ਜੇ ਆਪਾਂ 3 ਮਹੀਨੇ ਤੋਂ ਘੱਟ ਕਰਾਂਗੇ ਤਾਂ ਸਾਨੂੰ ਉੱਪਰੋਂ ਕੀ ਨਾਮ ਹੈ, ਸਾਡੇ ਉੱਪਰ ਚਾਰਜਿਸ ਪੈ ਸਕਦੇ ਇੰਪਲੋਇਰ ਦੇ ਉੱਪਰ, ਤਾਂ ਘੱਟੋ ਘੱਟ 3 ਮਹੀਨੇ ਦਾ ਨੋਟਿਸ ਜਾਏਗਾ ਹੀ ਜਾਏਗਾ। ਅਗਲਾ ਕੁਐਸਚਨ ਦੇਖੋ, ਕਹਿੰਦੇ ਵਟ ਇਜ਼ ਦ ਕੰਪਨਸੇਸ਼ਨ ਪੇਬਲ ਟੂ ਦ ਰਿਟਰੈਂਚਡ ਵਰਕਰ ਇਫ ਸੱਚ ਅ ਵਰਕਰ ਹੈਜ਼ ਬੀਨ ਦ ਕੰਟੀਨਿਊ ਸਰਵਿਸ ਫॉर ਨੋਟ ਲੈਸ ਦੈਨ 1 ਈਅਰ ਅੰਡਰ ਦ ਇੰਪਲੋਇਰ ਹੈਜ਼ ਅ ਕੋਡ ਔਨ ਇੰਡਸਟਰੀ ਰਿਲੇਸ਼ਨਸ। ਕਹਿੰਦੇ ਜਿਹੜੇ ਆਪਣੇ ਕੋਡ ਇੰਡਸਟਰੀ ਰਿਲੇਸ਼ਨ ਹੈ ਉਸ ਵਿੱਚ ਜਦੋਂ ਆਪਾਂ ਰਿਟਰੈਂਚਮੈਂਟ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਨੂੰ ਵਰਕਰ ਨੂੰ ਰਿਟਰੈਂਚ ਕਰਨਾ ਤਾਂ ਉਹਨੂੰ ਜਿਹੜੀ ਕੰਪਨਸੇਸ਼ਨ ਦਿੱਤੀ ਜਾਣੀ ਹੈ ਉਹ ਕਿੰਨੀ ਦਿੱਤੀ ਜਾਣੀ ਹੈ, ਮੈਨੂੰ ਦੱਸੋ। ਦੱਸੋ ਮੈਨੂੰ। 15 ਦਿਨਾਂ ਦੀ ਜਿਹੜੀ ਆਪਣੀ ਐਵਰੇਜ ਪੇ ਦੇਖਣ ਨੂੰ ਮਿਲਦੀ ਹੈ 19 ਦੇਵਾਂਗੇ ਆਪਾਂ, ਜਾਂ 20 ਦਿਨਾਂ ਦੀ ਜਿਹੜੀ ਐਵਰੇਜ ਪੇ ਹੈ ਉਹ ਦੇਵਾਂਗੇ, ਜਾਂ 30 ਦਿਨਾਂ ਦੀ ਐਵਰੇਜ ਪੇ ਹੈ ਉਹ ਦੇਵਾਂਗੇ, ਨਨ ਆਫ ਦੀ ਅਬਵ। ਜਦੋਂ ਆਪਾਂ ਇੰਟਰੈਂਚ ਕਰਨਾ ਕਿਸੇ ਨੂੰ, ਵਰਕਰ ਨੂੰ, ਮਤਲਬ ਆਪਾਂ ਨੌਕਰੀ ਤੋਂ ਕੱਢ ਹੀ ਰਹੇ ਹਾਂ ਇੱਕ ਤਰੀਕੇ ਨਾਲ, ਤਾਂ ਪਹਿਲੀ ਕੰਡੀਸ਼ਨ ਤਾਂ ਇਹ ਕਿ ਉਹਦੀ ਘੱਟੋ ਘੱਟ 1 ਸਾਲ ਦੀ ਸਰਵਿਸ ਹੋਵੇ, ਤਾਂ ਹੀ ਉਹਨੂੰ ਕੰਪਨਸੇਟ ਕੀਤਾ ਜਾਏਗਾ। ਮਗਰ ਉਹਦੇ ਕੰਪਨਸੇਟ ਜਿਹੜਾ ਕੀਤਾ ਜਾਏਗਾ, ਉਸ ਨੂੰ ਪੈਸਾ ਦਿੱਤਾ ਜਾਏਗਾ, ਉਹਦੀ ਕੈਲਕੂਲੇਸ਼ਨ ਪੁੱਛ ਰਹੇ ਨੇ ਕਿ ਉਹਦੀ ਜਿਹੜੀ ਐਵਰੇਜ ਪੇ ਹੈ ਉਹਦਾ 15 ਦਿਨਾਂ ਦੀ, ਜਿਵੇਂ 30 ਦਿਨਾਂ ਦੀ ਉਹਦੀ ਸੈਲਰੀ ਮਿਲਣੀ ਉਹਨੂੰ, ਉਹਦਾ ਐਵਰੇਜ ਦੇਖਿਆ ਜਾਏਗਾ ਕਿ 15 ਦਿਨਾਂ ਦੀ ਕਿੰਨੀ ਬਣੇਗੀ, ਹੈ ਨਾ। ਉਹ ਦਿੱਤੀ ਜਾਏਗੀ, ਜਾਂ 20 ਦਿਨਾਂ ਦੀ ਦਿੱਤੀ ਜਾਏਗੀ, 30 ਦਿਨਾਂ ਦੀ ਦਿੱਤੀ ਜਾਏਗੀ, ਨਨ ਆਫ ਦੀ ਅਬਵ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, ਦੱਸੋ। ਇਹਦਾ ਆਂਸਰ ਆ ਜਾਏਗਾ ਆਪਣਾ ਏ, ਯਾਨੀ ਘੱਟੋ ਘੱਟ ਉਹਨੂੰ 15 ਦਿਨਾਂ ਦੀ ਐਵਰੇਜ ਪੇ ਉਹਨੂੰ ਦੇਣੀ ਹੀ ਪੈਣੀ, ਉਹਨੂੰ ਕੰਪਨਸੇਟ ਕਰਨਾ ਹੀ ਪੈਣਾ। ਸਮਝ ਗਏ। ਓਕੇ। ਅਤੇ ਇੱਕ ਗੱਲ ਹੋਰ, ਜਿਹੜੀ ਆਪਾਂ ਨੂੰ 15 ਦਿਨਾਂ ਦੀ ਜਿਹੜੀ ਆਪਣੀ ਐਵਰੇਜ ਪੇ ਦੇਣੀ ਹੁੰਦੀ ਹੈ, ਇਹ ਜਿਹੜੀ ਕੈਲਕੂਲੇਸ਼ਨ ਲਗਾਈ ਜਾਂਦੀ ਹੈ ਨਾ, ਇਹ ਚੇਂਜ ਹੁੰਦੀ ਰਹਿੰਦੀ ਹੈ। ਇਹ ਐਪਰੋਪ੍ਰੀਏਟ ਗੌਰਮੈਂਟ ਦੁਆਰਾ ਚੇਂਜ ਹੁੰਦੀ ਰਹਿੰਦੀ ਹੈ ਹਰੇਕ 6 ਮਹੀਨੇ ਬਾਅਦ। ਜਦੋਂ ਤੁਹਾਡੀ 1 ਸਾਲ ਦੀ ਸਰਵਿਸ ਹੋ ਜਾਏਗੀ, ਉਸ ਤੋਂ ਬਾਅਦ ਦੀ ਜਿਹੜੀ ਅਗਲੀ ਸਰਵਿਸ, ਜਿਵੇਂ ਸਪੋਜ਼ ਕਰੋ ਤੁਹਾਡੀ 1.5 ਸਾਲ ਦੀ ਸਰਵਿਸ ਹੋਊਗੀ, ਤਾਂ ਤੁਹਾਡੀ ਜਿਹੜੀ ਐਵਰੇਜ ਪੇ ਹੈ ਉਹ ਐਪਰੋਪ੍ਰੀਏਟ ਗੌਰਮੈਂਟ ਨੋਟੀਫਾਈ ਕਰਦੀ ਰਹੇਗੀ ਕਿ ਤੁਹਾਡੀ, ਜੇ ਤੁਹਾਨੂੰ ਇੰਨਾ ਸਾਲਾਂ ਬਾਅਦ ਕੱਢਿਆ ਜਾਏਗਾ, ਮੰਨ ਲਓ ਤੁਹਾਡੀ 1 ਸਾਲ ਦੀ ਤਾਂ ਘੱਟੋ ਘੱਟ ਸਰਵਿਸ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਨੂੰ ਕੰਪਨਸੇਟ ਕੀਤਾ ਜਾਏਗਾ। ਤਾਂ ਮੰਨ ਲਓ ਤੁਹਾਡੀ 1.5 ਸਾਲ ਦੀ ਸਰਵਿਸ ਹੋ ਚੁੱਕੀ ਹੈ, ਤਾਂ ਤੁਹਾਡੀ ਜਿਹੜੀ ਐਵਰੇਜ ਪੇ ਨੋਟੀਫਾਈ ਕਰ ਦਿੱਤੀ ਜਾਏਗੀ, ਮਤਲਬ ਤੁਹਾਡੇ ਬੈਕਲੌਗ ਵਿੱਚ ਤੁਹਾਡੇ ਪੈਸੇ, ਮਤਲਬ ਇੱਕ ਪ੍ਰੋਵੀਜ਼ਨ ਧਰ ਦਿੱਤੀ ਜਾਏਗੀ ਕਿ ਤੁਹਾਨੂੰ ਇੰਨੀ ਐਵਰੇਜ ਪੇ ਮਿਲੇਗੀ ਜੇ ਬਾਈ ਚਾਂਸ ਤੁਹਾਨੂੰ ਕੱਢਿਆ ਜਾਂਦਾ, ਰਿਟਰੈਂਚ ਕੀਤਾ ਜਾਊਗਾ, ਠੀਕ ਹੈ। ਚਲੋ, ਤਾਂ ਅਗਲੇ 6 ਮਹੀਨਿਆਂ ਦੇ ਹਿਸਾਬ ਸਿਰ ਐਪਰੋਪ੍ਰੀਏਟ ਗੌਰਮੈਂਟ ਡਿਸਾਈਡ ਕਰਦੀ ਰਹਿੰਦੀ ਹੈ। ਅਗਲਾ ਕੁਐਸਚਨ, ਕਹਿੰਦੇ ਕੋਈ ਵਰਕਰ ਵਰਕਿੰਗ ਇਨ ਅ ਮਾਈਨ ਐਂਡ ਇੰਪਲੋਇਡ ਬਿਲੋ ਗਰਾਊਂਡ ਸ਼ੈਲ ਬੀ ਡੀਮ ਟੂ ਬੀ ਕੰਟੀਨਿਊ ਸਰਵਿਸ ਫॉर 1 ਈਅਰ ਇਫ ਹੀ ਵਰਕ ਫॉर ਨੋਟ ਲੈਸ ਦੈਨ ਡੈਸ਼ ਈਅਰ ਹੈਜ਼ ਪਰ ਦਾ ਕੋਡ ਇੰਡਸਟਰੀ ਰਿਲੇਸ਼ਨ। ਡਨ। ਕੋਈ ਵਰਕਰ ਹੈ ਜੋ ਮਾਈਨਿੰਗ 'ਚ ਕੰਮ ਕਰਦਾ ਹੈ, ਡਨ, ਅਤੇ ਇੰਪਲੋਇਡ ਬਿਲੋ ਗਰਾਊਂਡ, ਯਾਨੀ ਕਿ ਇੱਕ ਬਿਲਕੁਲ ਹੀ ਥੱਲੇ ਸਤਰ ਦੀ, ਬੋਟਮ ਲਾਈਨ ਦੇ ਵਿੱਚ ਕਿੱਥੇ ਕੰਮ ਕਰ ਰਿਹਾ ਹੋ, ਅਤੇ ਉਸ ਦੀ ਸਰਵਿਸ ਨੂੰ ਵੀ ਆਪਾਂ ਕੰਟੀਨਿਊ ਸਰਵਿਸ ਮੰਨਾਂਗੇ ਜੇ ਉਹ 1 ਸਾਲ ਦਾ ਕੰਮ ਕਰਦਾ ਹੈ, ਠੀਕ ਹੈ। ਅਤੇ ਪਿਛਲੇ 1 ਸਾਲ ਵਿੱਚ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਕਿੰਨੇ ਦਿਨ ਉਹ ਕੰਮ ਕਰਦਾ ਹੋਣਾ ਚਾਹੀਦਾ। ਦੇਖੋ, ਪੂਰਾ ਕਨਫਿਊਜ਼ ਨਹੀਂ ਹੋਣਾ। ਕਹਿੰਦੇ ਐਸਾ ਵਰਕਰ ਜੋ ਮਾਈਨ 'ਚ ਕੰਮ ਕਰਦਾ ਹੈ, ਇੰਪਲੋਏ ਬਿਲੋ ਗਰਾਊਂਡ, ਯਾਨੀ ਕਿ ਕੋਈ ਬੋਟਮ ਲਾਈਨ ਦੀ ਕੋਈ ਪੋਜੀਸ਼ਨ ਹੈ, ਠੀਕ ਹੈ, ਬਿਲਕੁਲ ਹੀ ਥੱਲੇ, ਹੈ ਨਾ, ਉੱਥੇ ਕੋਈ ਕੰਮ ਕਰ ਰਿਹਾ ਵਰਕਰ, ਜਿਵੇਂ ਕੋਈ ਮਿਸਤਰੀ ਦਿਹਾੜੀਦਾਰ ਹੁੰਦੇ ਆ ਨਾ, ਇਸੇ ਤਰੀਕੇ ਨਾਲ ਕੋਈ ਵਰਕਰ ਕੰਮ ਕਰ ਰਿਹਾ,
ਤਾਂ ਉਸਦੀ ਸਰਵਿਸ ਨੂੰ ਵੀ ਆਪਾਂ 1 ਸਾਲ ਦੀ ਸਰਵਿਸ ਮੰਨ ਲਵਾਂਗੇ ਜੇ ਉਹ ਆਪਣੇ 1 ਸਾਲ ਵਿੱਚ, ਠੀਕ ਹੈ, ਆਪਣੇ 1 ਸਾਲ ਵਿੱਚ ਕਿੰਨੇ ਦਿਨ ਉਹ ਕੰਮ ਰੈਗੂਲਰ ਬੇਸ 'ਤੇ ਕਰਦਾ ਹੋਏਗਾ। ਨਵੇਂ ਜਿਹੜੇ ਇੰਡਸਟਰੀਅਲਾਈਜੇਸ਼ਨ ਦੇ ਕੋਰਸ ਆਏ ਉਸ ਮੁਤਾਬਿਕ 95 ਦੇ 190 240 ਨਨ ਆਫ ਦੀ ਪਾਓ। ਕਹਿੰਦੇ ਘੱਟੋ ਘੱਟ ਉਸਦੇ ਬੈਕਲੌਗ ਵਿੱਚ ਘੱਟੋ ਘੱਟ ਉਹ ਰੈਗੂਲਰ ਬੇਸ 'ਤੇ ਪਿਛਲੇ 1 ਸਾਲ ਵਿੱਚ 190 ਦਿਨ ਆਇਆ ਹੋਵੇ, ਕੰਮ ਕੀਤਾ ਹੋਵੇ, ਤਦ ਹੀ ਉਸਦੀ ਕੰਟੀਨਿਊ ਸਰਵਿਸ ਮੰਨ ਲਿੱਤੀ ਜਾਏਗੀ ਅਤੇ ਉਸ ਨੂੰ ਵੀ ਇੱਕ ਤਰੀਕੇ ਨਾਲ ਮਤਲਬ ਵਰਕਰ ਹੀ ਮੰਨਿਆ ਜਾਏਗਾ ਪ੍ਰੋਪਰ ਤਰੀਕੇ ਨਾਲ। ਉਹਦੀ ਸਰਵਿਸ ਨੂੰ ਕੰਟੀਨਿਊ ਹੀ ਮੰਨਿਆ ਜਾਏਗਾ, ਠੀਕ ਹੈ। ਉਹ ਕੰਟੀਨਿਊਸ ਵਿੱਚ ਹੀ ਆਏਗਾ ਜੇ ਉਹ 190 ਦਿਨਾਂ ਤੱਕ ਉਹ ਕੰਮ ਕਰ ਲੈਂਦਾ, ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ। In which of the following cases strikes and lockout are forbidden as per the code on industrial relations on the industrial relations। ਦੇਖੋ ਉਰੇ ਕਨਫਿਊਜ਼ ਨਹੀਂ ਹੋਣਾ, ਉਹਨਾਂ ਨੇ ਸਟ੍ਰਾਈਕ ਦੀ ਗੱਲ ਕੀਤੀ ਹੈ, ਲੋਕਆਊਟ ਦੀ ਗੱਲ ਕੀਤੀ ਹੈ। ਕਹਿੰਦੇ ਇਹਨਾਂ ਤਿੰਨਾਂ ਸਟੇਟਮੈਂਟ ਵਿੱਚ ਤੁਸੀਂ ਮੈਨੂੰ ਦੱਸੋ ਕਿੱਥੇ ਉਹਨਾਂ ਨੂੰ ਕਿਹਾ ਗਿਆ ਕਿ ਨਾ ਤਾਂ ਸਟ੍ਰਾਈਕ ਹੋਏਗੀ ਨਾ ਤਾਂ ਲੋਕਆਊਟ ਹੋਏਗੀ, ਯਾਨੀ ਕਿ ਉਹ ਫੋਰਬਿਡ ਕਰ ਦਿੱਤੀ ਗਈ ਹੈ। ਕਿਹੜੀ ਕਿਹੜੀ ਸਿਚੁਏਸ਼ਨ ਹੋ ਸਕਦੀ ਹੈ? ਕਹਿੰਦੇ ਡਿਊਰਿੰਗ ਦਾ ਪੈਂਡੈਂਸੀ ਆਫ ਦੀ ਕੰਸੀਲੇਸ਼ਨ ਪ੍ਰੋਸੀਡਿੰਗ ਬਿਫੋਰ ਅ ਕੰਸੀਲੇਸ਼ਨ ਆਫਿਸਰ ਐਂਡ 60 days ਆਫਟਰ ਦੀ ਕਨਕਲੂਜਨ ਆਫ ਸੱਚ ਪ੍ਰੋਸੀਡਿੰਗ। ਯਾਨੀ ਕਿ ਤੁਹਾਡਾ ਜਿਹੜਾ ਕੰਸੀਲੇਸ਼ਨ ਪ੍ਰੋਸੈਸ ਹੈ, ਜਿਹੜਾ ਆਪਾਂ ਇੰਡਸਟਰੀਅਲ ਡਿਸਪਿਊਟ 'ਚ ਪੜ੍ਹਦੇ ਹਾਂ, ਜਾਂ ਤਾਂ ਉਹ ਪ੍ਰੋਸੈਸ ਚੱਲ ਰਿਹਾ ਹਾਲੇ ਤੁਹਾਡਾ, ਦੈਨ ਜਾਂ ਤੁਹਾਡਾ ਉਹ ਪ੍ਰੋਸੈਸ ਦਾ ਕਨਕਲੂਜਨ ਆ ਚੁੱਕਾ ਹੈ ਅਤੇ ਉਸਦੇ ਅਗਲੇ 1 ਹਫ਼ਤੇ ਵਿੱਚ ਜੇ ਤੁਸੀਂ ਨਹੀਂ ਕਰ ਸਕਦੇ, ਪਹਿਲੀ ਸਟੇਟਮੈਂਟ ਤਾਂ ਇਹ ਹੋ ਗਈ। ਦੂਜੀ ਕਹਿੰਦੇ ਜੇ ਤੁਹਾਡਾ ਕੋਈ ਟ੍ਰਿਬੂਨਲ 'ਚ ਕੇਸ ਚੱਲ ਰਿਹਾ ਹੈ ਨਾ, ਅਤੇ ਜੇ ਕਨਕਲੂਜਨ ਆ ਗਿਆ ਤਾਂ ਅਗਲੇ ਹਫ਼ਤੇ ਦੇ 6 ਦਿਨਾਂ ਤੱਕ ਤੁਸੀਂ ਨਹੀਂ ਕਰ ਸਕਦੇ। ਤੀਜਾ ਕਹਿੰਦੇ ਜੇ ਤੁਸੀਂ 15 days ਦਾ ਨੋਟਿਸ ਦਿੰਦੇ ਹੋ ਸਟ੍ਰਾਈਕ ਦਾ, ਤਾਂ ਇਹਨਾਂ ਤਿੰਨਾਂ ਕੰਡੀਸ਼ਨ ਵਿੱਚ ਅਸੀਂ ਕਿਹੜੀ ਕੰਡੀਸ਼ਨ ਹੈ ਜਿਸ 'ਤੇ ਸਟ੍ਰਾਈਕ ਅਤੇ ਲੋਕਆਊਟ ਫੋਰਬਿਟ ਹੈ? ਜੇ ਤੁਹਾਡਾ ਕੰਸੀਲੇਸ਼ਨ ਚੱਲ ਰਿਹਾ ਕਿਆ ਤੁਸੀਂ ਸਟ੍ਰਾਈਕ ਕਰ ਸਕਦੇ ਹੋ, ਲੋਕਆਊਟ ਕਰ ਸਕਦੇ ਹੋ? ਕਿਆ ਸਟੇਟਮੈਂਟ ਠੀਕ ਹੈ ਕਿ ਜਦੋਂ ਤੁਹਾਡੀ ਕੰਸੀਲੇਸ਼ਨ ਚੱਲ ਰਹੀ ਹੋਏਗੀ ਅਤੇ ਸਟ੍ਰਾਈਕ ਅਤੇ ਲੋਕਆਊਟ ਫੋਰਬਿਟ ਹੋਏਗੀ? ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਜੇ ਤੁਹਾਡਾ ਟ੍ਰਿਬੂਨਲ 'ਚ ਕੇਸ ਚੱਲ ਰਿਹਾ ਕਿਆ ਤੁਸੀਂ ਸਟ੍ਰਾਈਕ ਅਤੇ ਲੋਕਆਊਟ ਕਰ ਸਕਦੇ ਹੋ? ਕਿਆ ਦੂਜੀ ਸਟੇਟਮੈਂਟ ਵੀ ਇਸ ਨਾਲ ਮੇਲ ਖਾਉਂਦੀ ਹੈ ਕਿ ਹਾਂ ਫੋਰਬਿਟ ਰਹੇਗੀ ਸਟ੍ਰਾਈਕ ਅਤੇ ਲੋਕਆਊਟ? ਤੀਜਾ ਇਹ ਕਹਿੰਦੇ ਕਿ ਜੇ ਤੁਹਾਨੂੰ 15 days ਦਾ ਨੋਟਿਸ ਮਿਲ ਚੁੱਕਾ ਸਟ੍ਰਾਈਕ ਦਾ, ਤਦ ਤੁਸੀਂ ਕਿਆ ਸਟ੍ਰਾਈਕ ਅਤੇ ਲੋਕਆਊਟ ਤੁਹਾਡੀ ਫੋਰਬਿਟ ਰਹੇਗੀ? ਕਿਹੜੀ ਕੰਡੀਸ਼ਨ ਹੋ ਸਕਦੀ ਹੈ? ਇਹਦਾ ਆਨਸਰ ਆ ਜਾਏਗਾ ਕੱਲੀ ਦੀ ਕੱਲੀ ਜਿਹੜੀ ਆਪਣੀ ਗੱਲ ਹੋਏਗੀ ਇਸ ਕੰਡੀਸ਼ਨ ਦੀ, ਸਿਰਫ ਤੋਂ ਸਿਰਫ ਆਪਣੀ ਸੈਕਿੰਡ ਕੰਡੀਸ਼ਨ ਹੀ ਮੰਨੀ ਜਾਏਗੀ। ਦੈਨ ਤੁਹਾਡੀ ਜਿਹੜੀ ਸਟ੍ਰਾਈਕ ਅਤੇ ਲੋਕਆਊਟ ਹੈ ਫੋਰਬਿਟ ਰਹੇਗੀ ਜੇ ਤੁਹਾਡਾ ਜਿਹੜਾ ਕੇਸ ਹੈ ਉਹ ਜੇ ਟ੍ਰਿਬੂਨਲ ਵਿੱਚ ਹੈ ਜਾਂ ਨੈਸ਼ਨਲ ਇੰਡਸਟਰੀਅਲ ਟ੍ਰਿਬੂਨਲ ਵਿੱਚ ਹੈ, ਤਾਂ ਉਸ ਵਕਤ ਤੁਹਾਡੀ ਜਿਹੜੀ ਸਟ੍ਰਾਈਕ ਅਤੇ ਲੋਕਆਊਟ ਹੈ ਉਹ ਫੋਰਬਿਟ ਰਹੇਗੀ। ਬਾਕੀ ਕੋਈ ਐਸੀ ਕੰਡੀਸ਼ਨ ਨਹੀਂ ਲੱਗਦੀ। ਬਟ ਜੇ ਤੁਹਾਡੀ ਕੰਡੀਸ਼ਨ ਜਿਹੜੀ ਟ੍ਰਿਬੂਨਲ ਵਿੱਚ ਹੈ, ਨੈਸ਼ਨਲ ਇੰਡਸਟਰੀਅਲ ਟ੍ਰਿਬੂਨਲ ਵਿੱਚ ਹੈ, ਤਦ ਤੁਹਾਡੇ ਉੱਪਰ ਮਤਲਬ ਇਹ ਮਤਲਬ ਪਾਬੰਦੀ ਲਗਾਈ ਜਾਏਗੀ ਕਿ ਤੁਸੀਂ ਸਟ੍ਰਾਈਕ ਅਤੇ ਲੋਕਆਊਟ ਨਹੀਂ ਕਰ ਸਕਦੇ। ਸੋ ਇਸ ਵਿੱਚ ਆਪਣਾ ਬੀ ਆਪਸ਼ਨ ਠੀਕ ਹੋ ਜਾਂਦਾ। ਓਕੇ, ਬੀ ਆਪਸ਼ਨ ਹੋ ਗਿਆ। ਅਗਲਾ ਕੁਐਸਚਨ, ਦ ਪ੍ਰੋਸੀਜਰ ਫॉर ਸਰਟੀਫਿਕੇਸ਼ਨ ਆਫ ਡਰਾਫਟ ਸਟੈਂਡਿੰਗ ਆਰਡਰ or draft modification in standing order shall be completed within dash days by the certifying officer as per the code on industrialization। ਕਹਿੰਦੇ ਜਿਹੜੇ ਆਪਣੇ ਨਵੇਂ ਕੋਡਸ ਆਏ ਨੇ ਇੰਡਸਟਰੀਅਲਾਈਜੇਸ਼ਨ ਦੇ, ਕਿਉਂਕਿ ਹੁਣ ਤੱਕ ਆਪਾਂ ਸਾਰੇ ਜਿੰਨੇ ਵੀ ਕੁਐਸਚਨ ਪੜ੍ਹੇ ਨੇ ਉਸ ਵਿੱਚੋਂ ਆਪਾਂ ਕਿਹੜਾ ਕੋਡ ਪੜ੍ਹ ਰਹੇ ਹਾਂ? ਆਪਾਂ ਕੋਡ ਔਨ ਇੰਡਸਟਰੀਅਲਾਈਜੇਸ਼ਨ ਪੜ੍ਹ ਰਹੇ ਹਾਂ। ਉਸ ਦੇ ਮੁਤਾਬਿਕ ਜਿਹੜਾ ਕੀ ਨਾਮ ਹੈ ਆਪਣੇ ਡਰਾਫਟ ਤਿਆਰ ਹੁੰਦੇ ਨੇ, ਜਿਵੇਂ ਆਪਾਂ ਸਟੈਂਡਿੰਗ ਆਰਡਰ ਪੜ੍ਹੇ ਸੀ ਨਾ ਕਿ ਇੰਪਲੋਏ ਨੂੰ ਆਪਣੇ ਕੁਝ ਸਟੈਂਡਿੰਗ ਆਰਡਰ ਸਬਮਿਟ ਕਰਾਉਣੇ ਪੈਂਦੇ ਆ ਗੌਰਮੈਂਟ ਕੋਲ, ਹੈ ਨਾ, ਮਤਲਬ ਪੂਰਾ ਮਤਲਬ ਕੀ ਨਾਮ ਹੈ ਨੈਗੋਸ਼ੀਏਟ ਕਰਕੇ, ਮਤਲਬ ਇੰਪਲੋਇਸ ਆਪਸ 'ਚ ਨੈਗੋਸ਼ੀਏਟ ਕਰਕੇ ਸਟੈਂਡਿੰਗ ਆਰਡਰ ਬਣਾਏ ਜਾਣਗੇ। ਤਾਂ ਇਹ ਸਟੈਂਡਿੰਗ ਆਰਡਰ ਜੇ ਲਾਗੂ ਹੋ ਗਏ ਤਾਂ ਤੁਹਾਡੀ ਇੰਡਸਟਰੀ ਸਟੈਬਲਿਸ਼ਮੈਂਟ ਉਸੇ ਮੁਤਾਬਿਕ ਚੱਲੇਗੀ। ਕਿਆ ਵੇਜਿਸ ਰੇਟ ਹੋਣਗੇ, ਕਿਆ ਪਰ ਆਰ ਪੈਸਾ ਮਿਲੇਗਾ, ਟੋਟਲ ਕਿੰਨੇ ਆਵਰਸ ਦਾ ਕੰਮ ਹੋਏਗਾ, ਕਿੰਨਾ ਵਿੱਚ ਤੁਹਾਨੂੰ ਫ੍ਰੀ ਟਾਈਮ ਮਿਲੇਗਾ, ਕਿਹੜੇ ਕਿਹੜੇ ਤੁਹਾਡੇ ਉੱਪਰ ਮਤਲਬ ਕੀ ਨਾਮ ਹੈ ਹੈਲਥ ਐਗਜ਼ਾਮੀਨੇਸ਼ਨ ਵਾਸਤੇ ਆਉਣਗੇ, ਮਤਲਬ ਸਾਰੀ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਉਹ ਸਟੈਂਡਿੰਗ ਆਰਡਰ 'ਚ ਹੋਏਗੀ, ਹੈ ਨਾ। ਤਾਂ ਉਹਦੀ ਜਿਹੜੀ ਡਰਾਫਟ ਹੈ, ਠੀਕ ਹੈ, ਜਿਹੜਾ ਪ੍ਰੋਸੀਜਰ ਦਾ ਜਿਹੜਾ ਡਰਾਫਟ ਹੈ ਉਸ 'ਚ ਜੇ ਮੋਡੀਫਾਈ ਤੁਸੀਂ ਕਰਦੇ ਹੋ, ਠੀਕ ਹੈ, ਸਟੈਂਡਿੰਗ ਆਰਡਰ ਵਿੱਚ, ਤਾਂ ਉਹ ਤੁਸੀਂ ਕਿੰਨੀ ਦੇਰ 'ਚ ਤੁਹਾਨੂੰ ਕੰਪਲੀਟ ਕਰ ਲੈਣਾ ਚਾਹੀਦਾ? ਦੱਸੋ ਮੈਨੂੰ। 30 days, 40 days, 60 days, none of the above। ਉਰੇ ਕਹਿ ਰਹੇ ਨੇ ਕਿ ਜਿਹੜਾ ਇੰਪਲੋਇਰ ਨੇ ਸਟੈਂਡਿੰਗ ਆਰਡਰ ਬਣਾਏ ਨੇ, ਫਿਰ ਉਹਨੇ ਜਾ ਕੇ ਉਸ ਸਰਟੀਫਾਈਂਗ ਆਫਿਸਰ ਨੂੰ ਸਬਮਿਟ ਕਰਾਤੇ, ਭਾਵੇਂ ਉਹ ਮੋਡੀਫਾਈ ਹੋ ਕੇ ਆਏ ਨੇ, ਭਾਵੇਂ ਉਹਨੇ ਸਿੱਧਾ ਜਾ ਕੇ ਸਬਮਿਟ ਕਰਾਤੇ, ਤਾਂ ਉਹ ਜਿਹੜੇ ਸਬਮਿਟ ਕਰਾਏ ਨੇ ਉਸ ਤੋਂ ਬਾਅਦ ਉਹਨੂੰ ਸਰਟੀਫਿਕੇਟ ਮਿਲੇਗਾ ਨਾ ਸਟੈਂਡਿੰਗ ਆਰਡਰ ਦਾ। ਉਹਨੂੰ ਕਿੰਨੇ ਦਿਨ 'ਚ ਉਹ ਸਰਟੀਫਾਈ ਆਫਿਸਰ ਤੋਂ ਸਟੈਂਡਿੰਗ ਆਰਡਰ ਦਾ ਜਿਹੜਾ ਸਰਟੀਫਿਕੇਟ ਹੈ ਉਹ ਇੰਪਲੋਇਰ ਨੂੰ ਮਿਲ ਜਾਏਗਾ। 30 ਦਿਨ, 45 ਦਿਨ, 60 ਦਿਨ, ਨਨ ਆਫ ਦੀ ਅਬਵ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਦੱਸੋ। ਇਹਦਾ ਆ ਜਾਏਗਾ 60 ਦਿਨਾਂ ਦੇ ਅੰਦਰ ਅੰਦਰ ਉਹਨੂੰ ਸਰਟੀਫਾਈ ਆਫਿਸਰ ਤੋਂ ਸਟੈਂਡਿੰਗ ਆਰਡਰ ਸਰਟੀਫਿਕੇਟ ਮਿਲ ਜਾਏਗਾ। ਓਕੇ,
अगला क्वेश्चन कहते हु परफॉर्म्स द वर्क और पार्टिसिपेट इन अ वर्क अरेंजमेंट एंड अर्न फ्रॉम सच एक्टिविटीज आउटसाइड द ट्रेडिशनल इंप्लॉयर एम्प्लॉय रिलेशनशिप इन अ डैश हैज़ पर द कोड ऑन सोशल सिक्योरिटी। ਹੁਣ ਆਪਣਾ ਦੂਜਾ ਕੋਡ ਦੇਖਨੇ ਆਪਾਂ, ਕੋਡ ਔਨ ਸੋਸ਼ਲ ਸਿਕਿਉਰਿਟੀ। ਹੁਣ ਇਸ ਵਿੱਚ ਉਹ ਕਹਿ ਰਹੇ ਨੇ ਕਿ ਆਪਾਂ ਦੋ ਟਰਮ ਦੇਖੇ ਸੀ, ਗਿਗ ਵਰਕਰਸ, ਪਲੇਟਫਾਰਮ ਵਰਕਰਸ, ਹੈ ਨਾ, ਗੱਲ ਕੀਤੀ ਸੀ ਨਾ। ਤਾਂ ਉਸ ਕੰਡੀਸ਼ਨ ਨੂੰ ਧਿਆਨ 'ਚ ਰੱਖਦੇ ਹੋਇਆ ਉਹਦੇ ਸਟੇਟਮੈਂਟ 'ਚ ਇਹ ਪੁੱਛਿਆ ਐਸੇ ਵਰਕਰ, ਐਸੇ ਇੰਪਲੋਇਜ਼ ਜੋ ਟ੍ਰੈਡੀਸ਼ਨਲ ਇੰਪਲੋਇਰ ਅਤੇ ਇੰਪਲੋਈ ਰਿਲੇਸ਼ਨਸ਼ਿਪ 'ਚ ਨਾ ਆ ਕੇ ਅਤੇ ਸਿੱਧਾ ਕੁਝ ਐਸੀ ਐਕਟੀਵਿਟੀਜ਼ ਕਰਦੇ ਹਨ ਅਤੇ ਕੁਝ ਐਸਾ ਪੈਸਾ ਕਮਾਉਂਦੇ ਨੇ, ਤਾਂ ਉਹ ਜਿਹੜਾ ਐਸਾ ਪੈਸਾ ਕਮਾਉਂਦੇ ਨੇ ਉਹਨਾਂ ਨੂੰ ਆਪਾਂ ਕੀ ਆਖਦੇ ਹਾਂ, ਉਹ ਕਿਸ ਟਰਮ ਨਾਲ ਆਖੇ ਜਾਂਦੇ ਨੇ, ਯਾਨੀ ਕਿ ਉਹਨਾਂ ਨੂੰ ਆਪਾਂ ਕਿਸ ਨਾਮ ਨਾਲ ਜਾਣੇ ਜਾਂਦੇ ਨੇ, ਕਿ ਜੋ ਨੋਰਮਲ ਟ੍ਰੈਡੀਸ਼ਨਲ ਇੰਪਲੋਇਰ ਅਤੇ ਇੰਪਲੋਈ ਰਿਲੇਸ਼ਨਸ਼ਿਪ ਵਿੱਚ ਨਹੀਂ ਆਉਂਦੇ। ਗਿਗ ਵਰਕਰ ਆਖਦੇ ਹਾਂ, ਪਲੇਟਫਾਰਮ ਵਰਕਰ ਆਖਦੇ ਹਾਂ, ਨੋਰਮਲ ਵਰਕਰ ਆਖਦੇ ਹਾਂ, ਨਨ ਆਫ ਦੀ ਅਬਵ। ਇਹਨਾਂ ਨੂੰ ਆਪਾਂ ਗਿਗ ਵਰਕਰ ਆਖਦੇ ਹਾਂ, ਜੋ ਨੋਰਮਲ ਜਿਹੜੇ ਟ੍ਰੈਡੀਸ਼ਨਲ ਇੰਪਲੋਈ ਅਤੇ ਇੰਪਲੋਈ ਰਿਲੇਸ਼ਨਸ਼ਿਪ 'ਚ ਨਾ ਆ ਕੇ ਨੋਰਮਲ ਵਰਕਰ ਕਹਾਏ ਜਾਂਦੇ, ਜਿਨ੍ਹਾਂ ਦਾ ਕੰਮ ਸਿਰਫ ਇੰਨਾ ਹੁੰਦਾ ਕਿ ਕੰਮ ਕਰਾਇਆ, ਪੈਸੇ ਦਿੱਤੇ, ਕਹਾਣੀ ਖਤਮ। ਕੋਈ ਤੁਹਾਨੂੰ ਅਲਾਊਂਸਿਸ ਨਹੀਂ ਮਿਲਣਗੇ, ਕੋਈ ਤੁਹਾਨੂੰ ਕੋਈ ਹੋਲੀਡੇ ਵਗੈਰਾ, ਕੋਈ ਐਕਟੀਵਿਟੀ, ਕੋਈ ਐਕਸਟਰਾ, ਮਤਲਬ ਐਸਾ ਕੁਛ ਵੀ ਨਹੀਂ ਹੋਏਗਾ, ਤੁਹਾਡੇ ਤੋਂ ਕੰਮ ਕਰਾਇਆ, ਛੁੱਟੀ। ਗਿਗ ਵਰਕਰ। ਅਗਲਾ ਕੁਐਸਚਨ, ਦ ਕੋਡ ਔਨ ਸੋਸ਼ਲ ਸਿਕਿਉਰਿਟੀ ਕਦੋਂ ਇਨਫੋਰਸ ਵਿੱਚ ਆਈ? ਮੈਨੂੰ ਦੱਸੋ, ਕੋਡ ਔਨ ਸੋਸ਼ਲ ਸਿਕਿਉਰਿਟੀ ਕਦੋਂ ਇਨਫੋਰਸ ਵਿੱਚ ਆਈ? ਕੋਡ ਔਨ ਸੋਸ਼ਲ ਸਿਕਿਉਰਿਟੀ ਕਦੋਂ ਇਨਫੋਰਸ ਵਿੱਚ ਆਈ? 28 ਸਤੰਬਰ 2020। ਠੀਕ ਹੈ, 28 ਸਤੰਬਰ 2020 ਵਿੱਚ ਇਹ ਇਨਫੋਰਸ ਵਿੱਚ ਆਈ। ਅਗਲਾ ਕੁਐਸਚਨ ਦੇਖੋ, ਕਹਿੰਦੇ ਹਾਊ ਮੈਨੀ ਸਰਵਿਸਿਜ਼ ਆਰ ਕਲਾਸੀਫਾਈਡ ਐਜ਼ ਅ ਐਗਰੀਗੇਟਰ ਅੰਡਰ ਦੀ ਕੋਡ ਔਨ ਸੋਸ਼ਲ ਸਿਕਿਉਰਿਟੀ। ਹੁਣ ਆਪਾਂ ਜਦੋਂ ਕੋਡ ਔਨ ਸੋਸ਼ਲ ਸਿਕਿਉਰਿਟੀ ਦੀ ਗੱਲ ਕਰਦੇ ਸੀ, ਉਸ ਵਿੱਚ ਤੁਹਾਨੂੰ ਮੈਂ ਐਗਰੀਗੇਟਰ ਸਮਝਾਇਆ ਸੀ, ਦੈਨ ਅਤੇ ਐਗਰੀਗੇਟਰ ਵਿੱਚ ਕਿੰਨੀਆਂ ਸਰਵਿਸਿਜ਼ ਉਸ ਦੇ ਅੰਡਰ ਕਲਾਸੀਫਾਈਡ ਕੀਤੀਆਂ ਗਈਆਂ, ਤੁਸੀਂ ਮੈਨੂੰ ਇਹ ਦੱਸੋ। ਚਲੋ, ਇਸ ਦਾ ਆਨਸਰ ਕੀ ਆ ਜਾਏਗਾ ਆਪਣਾ? ਕੀ ਆ ਜਾਏਗਾ ਆਪਣਾ? ਘੱਟੋ ਘੱਟ ਕਿੰਨੀਆਂ ਐਕਟੀਵਿਟੀਜ਼ ਆ ਰਹੀਆਂ? 9 ਐਕਟੀਵਿਟੀਜ਼ ਆ ਰਹੀਆਂ। ਦੈਨ ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਗਰੀਗੇਟਰ ਦਾ ਰੋਲ ਕੀ ਹੁੰਦਾ। ਜਦੋਂ ਤੁਹਾਨੂੰ ਮੈਂ ਬਿੱਲ ਪੜ੍ਹਾਇਆ ਸੀ, ਮਤਲਬ ਕੋਡ ਪੜ੍ਹਾਈ ਸੀ, ਤਾਂ ਉਸ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਗਿਗ ਵਰਕਰ ਅਤੇ ਪਲੇਟਫਾਰਮ ਵਰਕਰ ਦੀ ਗੱਲ ਕੀਤੀ ਹੋਈ ਸੀ ਇਸ ਕੋਡ ਔਨ ਸੋਸ਼ਲ ਸਿਕਿਉਰਿਟੀ ਵਿੱਚ। ਤਾਂ ਹੁਣ ਗਿਗ ਵਰਕਰ ਅਤੇ ਪਲੇਟਫਾਰਮ ਵਰਕਰ ਦੀ ਵੈਲਫੇਅਰ ਬਾਰੇ ਕੌਣ ਸੋਚੇਗਾ? ਉਹਨਾਂ ਨੂੰ ਫੰਡ ਕੌਣ ਕਰੇਗਾ? ਠੀਕ ਹੈ, ਯਾਨੀ ਕਿ ਉਹਨਾਂ ਦੇ ਫੰਡਿੰਗ ਬਾਰੇ ਕੌਣ ਸੋਚੇਗਾ? ਉਹਦੇ ਲਈ ਆਪਾਂ ਨੇ ਕੀ ਕੀਤਾ ਸੀ, ਕੰਟਰੀਬਿਊਸ਼ਨ ਤਿਆਰ ਕੀਤੇ ਸੀ ਕਿ ਕਿਸ ਕਿਸ ਵੱਲੋਂ ਕੰਟਰੀਬਿਊਸ਼ਨ ਆਏਗਾ। ਸੈਂਟਰ ਗੌਰਮੈਂਟ ਵੱਲੋਂ ਆਏਗਾ, ਸਟੇਟ ਗੌਰਮੈਂਟ ਵੱਲੋਂ ਆਏਗਾ, ਐਗਰੀਗੇਟਰ ਵੱਲੋਂ ਆਏਗਾ। ਤਾਂ ਉਸ ਵਿੱਚ ਐਗਰੀਗੇਟਰ ਟਰਮ ਆਇਆ ਸੀ। ਐਗਰੀਗੇਟਰ ਕੌਣ ਹੋਣਗੇ? ਜੋ ਇਹਨਾਂ 9 ਸਰਵਿਸਿਜ਼ ਵਿੱਚ ਆਪਣਾ ਮੇਨ ਰੋਲ ਨਿਭਾਉਂਦੇ ਹੋਣਗੇ, ਕੰਮ ਕਰਦੇ ਹੋਣਗੇ। ਉਹ ਮੇਨ ਰੋਲ ਵਿੱਚ ਜਿਹੜੇ 9 ਸਰਵਿਸਿਜ਼ ਆ ਰਹੀਆਂ ਨੇ, ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ? ਫੂਡ ਐਂਡ ਗਰੋਸਰੀ ਡਿਲੀਵਰੀ ਹੋ ਸਕਦੀ ਹੈ, ਕੰਟੈਂਟ ਐਂਡ ਮੀਡੀਆ ਸਰਵਿਸਿਜ਼ ਹੋ ਸਕਦਾ ਹੈ, ਈ ਮਾਰਕੀਟ ਪਲੇਸਿਸ ਹੋ ਸਕਦੇ ਨੇ। ਠੀਕ ਹੈ, ਅਤੇ ਇਹ ਵੀ ਦੱਸਿਆ ਸੀ ਤੁਹਾਨੂੰ ਕਿ ਜੇ ਉਹ ਕੰਟਰੀਬਿਊਟ ਕਰਨਗੇ ਦੈਨ ਉਹ ਕਿੰਨਾ ਕਰ ਸਕਦੇ ਨੇ, ਉਹਨਾਂ ਕੋਲ ਕਿੰਨੀ ਲਿਮਿਟ ਹੈ ਉਹਨਾਂ ਦੀ ਐਨੂਅਲ ਟਰਨ-ਓਵਰ ਦਾ 1 ਤੋਂ ਲੈ ਕੇ 2% ਤੱਕ। ਅਤੇ ਤੁਹਾਨੂੰ ਇਹ ਵੀ ਦੱਸਿਆ ਸੀ ਜੇ ਉਹਨਾਂ ਦੀ ਐਨੂਅਲ ਟਰਨ-ਓਵਰ ਅਤੇ ਮਤਲਬ ਜੇ ਉਹਨਾਂ ਦੀ ਐਨੂਅਲ ਟਰਨ-ਓਵਰ, ਉਹਨਾਂ ਦੀ ਜਿਹੜੀ ਆਪਾਂ ਵਰਕਰ ਨੂੰ ਇੰਪਲੋਇਡ ਪੇਡ ਕਰ ਰਹੇ ਹਾਂ, ਉਹ ਜੇ ਉਸ ਨਾਲੋਂ ਵੱਧ ਜੇ, ਕਿੰਨੇ ਪਰਸੈਂਟ ਨਾਲੋਂ ਵੱਧ ਜੇ, ਤਾਂ ਉਹ ਉਨੀ ਪੇਮੈਂਟ ਆਪਾਂ ਨਹੀਂ ਦੇਵਾਂਗੇ, ਉਹ ਹੋ ਜਾਏਗੀ 5%। ਯਾਨੀ ਕਿ ਕਿਆ ਭਾਵ ਹੋ ਗਿਆ ਇਸ ਦਾ ਮਤਲਬ ਕਿ ਮੰਨ ਲਓ ਕਿ ਉਹ ਕੰਟਰੀਬਿਊਟ ਕਿੰਨਾ ਕਰਨਗੇ ਜਿਹੜੇ 9 ਸਰਵਿਸ ਵਿੱਚ ਕੰਮ ਕਰ ਰਹੇ ਨੇ, 1 ਤੋਂ 2% ਉਹਨਾਂ ਦੀ ਐਨੂਅਲ ਟਰਨ-ਓਵਰ ਦਾ। ਮਗਰ ਇਹ ਅਮਾਊਂਟ ਤੁਹਾਡੀ 5% ਆਫ ਵੇਜਿਸ ਦਾ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਠੀਕ ਹੈ, ਜਿਹੜੀ ਤੁਸੀਂ ਗਿਗ ਵਰਕਰ ਨੂੰ ਪੇ ਕਰ ਰਹੇ ਹੋ ਉਸ ਨਾਲੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਮਝ ਗਏ? ਓਕੇ, ਚਲੋ ਅੱਗੇ ਦੇਖੋ। ਕਹਿੰਦੇ ਵਟ ਇਜ਼ ਦਾ ਮੈਕਸਿਮਮ ਟਰਮ ਆਫ ਇੰਪ੍ਰਿਜ਼ਨਮੈਂਟ ਅਵਾਰਡਡ ਟੂ ਐਨ ਇੰਪਲੋਇਰ ਇਫ ਸ਼ੀ ਇਜ਼ ਦਾ ਫੇਲਸ ਟੂ ਪੇ ਦੀ ਕੰਟਰੀਬਿਊਸ਼ਨ ਅੰਡਰ ਦੀ ਕੋਡ ਆਫ ਸੋਸ਼ਲ ਸਿਕਿਉਰਿਟੀ। ਮੰਨ ਲਓ ਕਿ ਜੇ ਇੰਪਲੋਇਰ ਕੰਟਰੀਬਿਊਸ਼ਨ ਨਹੀਂ ਪੇ ਕਰਦਾ, ਠੀਕ ਹੈ, ਕੋਡ ਆਫ ਸੋਸ਼ਲ ਸਿਕਿਉਰਿਟੀ ਦੇ ਮੁਤਾਬਿਕ ਜੇ ਉਹ ਕੰਟਰੀਬਿਊਸ਼ਨ ਨਹੀਂ ਪੇ ਕਰਦਾ, ਪਹਿਲਾਂ ਤਾਂ ਦੱਸੋ ਕੰਟਰੀਬਿਊਸ਼ਨ ਦਾ ਕਿਆ ਮਤਲਬ ਹੋ ਗਿਆ ਕਿ ਉਹ ਪੈਸਾ ਨਹੀਂ ਪਾਉਂਦਾ ਪ੍ਰੋਵਾਈਡਡ ਫੰਡ ਵਿੱਚ। ਠੀਕ ਹੈ, 12% ਉਹਨੇ ਪਾਉਣਾ ਹੁੰਦਾ, 12% ਉਹਨੇ ਪਾਉਣਾ ਹੁੰਦਾ। ਜੇ ਉਹ ਕੰਟਰੀਬਿਊਸ਼ਨ 'ਚ ਪੈਸਾ ਨਹੀਂ ਪਾਉਂਦਾ ਤਾਂ ਉਸ ਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ? ਮੈਨੂੰ ਇਹ ਦੱਸੋ ਨਵੇਂ ਕੋਡ ਦੇ ਮੁਤਾਬਿਕ ਤੁਹਾਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ? 3 ਸਾਲ ਦੀ ਸਜ਼ਾ ਹੋ ਸਕਦੀ ਹੈ। ਸਮਝ ਗਏ? ਅਤੇ ਇਸ ਵਿੱਚ ਤੁਸੀਂ ਮੈਨੂੰ ਇਹ ਦੱਸੋ, ਜੇ ਉਹ ਜਿਹੜੀ ਰਿਪੋਰਟਸ ਨੂੰ, ਕੁਝ ਰਿਪੋਰਟਸ ਨੂੰ ਪਬਲਿਸ਼ ਕਰਨੀਆਂ ਪੈਂਦੀਆਂ ਨਾ, ਅਤੇ ਜੇ ਉਹ ਰਿਪੋਰਟ ਫੋਲਸ ਪਬਲਿਸ਼ ਕਰਦਾ, ਠੀਕ ਹੈ, ਕੁਝ ਰਿਪੋਰਟਸ ਜਿਹੜੀਆਂ ਫੋਲਸ ਪਬਲਿਸ਼ ਕਰਦਾ, ਤਾਂ ਉਹਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ? 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਕਿੰਨੇ ਸਾਲ ਦੀ ਸਜ਼ਾ? 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਦੈਨ ਜੇ ਉਹ ਰਿਪੋਰਟਸ ਫੋਲਸ ਪਬਲਿਸ਼ ਕਰੇਗਾ, ਠੀਕ ਹੈ, ਰਿਪੋਰਟ ਜਿਹੜੀਆਂ ਹੁੰਦੀਆਂ, ਜਿਹੜੀਆਂ ਉਹਨੂੰ ਪਬਲਿਸ਼ ਕਰਨੀਆਂ ਪੈਂਦੀਆਂ ਆਪਣੇ ਵਰਕ ਨਾਲ ਰਿਲੇਟਿਡ, ਤਾਂ ਜੇ ਉਹ ਫੋਲਸ ਕਰੇਗਾ ਤਾਂ ਉਸ ਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ? 6 ਮਹੀਨੇ ਦੀ ਹੋ ਸਕਦੀ ਹੈ। ਦੈਨ ਓਕੇ, ਅਗਲਾ ਕੁਐਸਚਨ ਦੇਖੋ। ਕਹਿੰਦਾ ਜਿਹੜੀ ਸੈਂਟਰ ਬੋਰਡ ਟਰਸਟੀ ਹੈ ਇਸ ਕੌਂਸਟੀਟਿਊਟਡ ਅੰਡਰ ਦੀ
ਕੋਡ ਔਨ ਸੋਸ਼ਲ ਸਿਕਿਉਰਿਟੀ, ਵਟ ਇਜ਼ ਦ ਮੈਕਸਿਮਮ ਨੰਬਰ ਆਫ ਪਰਸਨ ਰਿਪਰੈਜ਼ੈਂਟਿੰਗ ਦ ਇੰਪਲੋਇਰਸ ਆਫ ਦ ਐਸਟੈਬਲਿਸ਼ਮੈਂਟ। ਹੁਣ ਤੁਹਾਨੂੰ ਮੈਂ ਜਦੋਂ ਕੋਡ ਔਨ ਸੋਸ਼ਲ ਸਿਕਿਉਰਿਟੀ ਸਮਝਾਇਆ ਸੀ, ਉਸ ਵਿੱਚ ਤੁਹਾਨੂੰ ਮੈਂ ਸੈਂਟਰ ਬੋਰਡ ਆਫ ਟਰਸਟੀ ਦੱਸੇ ਸੀ। ਤਾਂ ਇਸ ਵਿੱਚ ਬੜੇ ਸਾਰੇ ਮੈਂਬਰ ਹੁੰਦੇ ਸੀ, ਤਾਂ ਉਹਨਾਂ ਨੇ ਉਰੇ ਜਿਹੜੇ ਮੈਂਬਰਸ ਨੇ ਉਹਨਾਂ ਵਿੱਚੋਂ ਇੱਕ ਮੈਂਬਰਾਂ ਦੀ ਗੱਲ ਪੁੱਛ ਲਈ ਕਿ ਜਿਹੜੇ ਇੰਪਲੋਇਰ ਰਿਪਰੈਜ਼ੈਂਟ ਕਰਨਗੇ ਉਹ ਕਿੰਨੇ ਮੈਂਬਰ ਹੋਣਗੇ, ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ। ਦੈਨ ਕੋਡ ਔਨ ਸੋਸ਼ਲ ਸਿਕਿਉਰਿਟੀ 'ਚ ਜਦੋਂ ਸੈਂਟਰ ਬੋਰਡ ਟਰਸਟੀ ਦੀ ਗੱਲ ਆਖੀ ਸੀ, ਤਾਂ ਉਸ ਵਿੱਚ ਬੜੇ ਸਾਰੇ ਅਲੱਗ-ਅਲੱਗ ਗਰੁੱਪ ਤੋਂ ਮੈਂਬਰ ਆਉਣੇ ਸੀ, ਤੇ ਜਿਹੜੇ ਇੰਪਲੋਇਰ ਦੇ ਮੈਂਬਰ ਆਉਣੇ ਸੀ ਤਾਂ ਉਹ ਕਿੰਨੇ ਮੈਕਸਿਮਮ ਆ ਸਕਦੇ ਸੀ, 10, 15, 20, 25। ਇਹਦਾ ਆਨਸਰ ਆ ਜਾਏਗਾ 10 ਆ ਜਾਣਗੇ। ਠੀਕ ਹੈ, ਹੁਣ ਜਿਹੜਾ ਸੈਂਟਰ ਬੋਰਡ ਟਰਸਟੀ ਹੈ ਉਸ ਵਿੱਚ ਜੇ ਆਪਾਂ ਟੋਟਲ ਕੰਪੋਜੀਸ਼ਨ ਦੇਖ ਲਈਏ, ਇੱਕ ਚੇਅਰਪਰਸਨ ਹੁੰਦਾ ਹੈ, ਠੀਕ ਹੈ, ਇੱਕ ਵਾਈਸ ਚੇਅਰਪਰਸਨ ਹੁੰਦਾ ਹੈ। ਠੀਕ ਹੈ, ਤੇ ਮੈਕਸਿਮਮ ਜਿਹੜੇ 5 ਮੈਂਬਰਸ ਹੈ ਉਹ ਅਪੁਆਇੰਟ ਕੀਤੇ ਜਾ ਸਕਦੇ ਸੈਂਟਰ ਗੌਰਮੈਂਟ ਵੱਲੋਂ, ਉਹ ਇਸ ਸੈਂਟਰ ਬੋਰਡ ਟਰਸਟੀ ਦਾ ਮੈਂਬਰ ਬਣਨਗੇ। ਤੇ 15 ਪਰਸਨ ਆ ਸਕਦੇ ਨੇ ਸਟੇਟ ਗੌਰਮੈਂਟ ਵੱਲੋਂ। ਦੈਨ ਉਸ ਤੋਂ ਇਲਾਵਾ 10 ਪਰਸਨ ਆ ਸਕਦੇ ਨੇ ਇੰਪਲੋਇਰਸ ਵੱਲੋਂ। ਉਹੀ ਗੱਲ ਆ ਗਈ ਇਸ ਕੁਐਸਚਨ ਵਿੱਚ, 10 ਪਰਸਨ ਆ ਸਕਦੇ ਨੇ ਇੰਪਲੋਇਰਸ ਵੱਲੋਂ, 10 ਪਰਸਨ ਆ ਸਕਦੇ ਨੇ ਇੰਪਲੋਈਜ਼ ਵੱਲੋਂ। ਇਕੁਅਲ ਕੰਟਰੀਬਿਊਸ਼ਨ ਹੋਏਗਾ, ਯਾਨੀ ਕਿ ਇਕੁਅਲ ਰਿਪਰੈਜ਼ੈਂਟੇਸ਼ਨ ਹੋਏਗਾ ਇੰਪਲੋਇਡ ਤੇ ਇੰਪਲੋਈ ਦਾ। ਜੇ ਕਦੀ ਤੁਹਾਨੂੰ ਇਸ ਦੀ ਜਗ੍ਹਾ ਇੰਪਲੋਇਡ ਦੀ ਜਗ੍ਹਾ ਇੰਪਲੋਈ ਪੁੱਛ ਲਿਆ ਤਾਂ ਵੀ 10 ਹੀ ਆਏਗਾ। ਸਮਝ ਗਏ? ਤੇ ਤੁਹਾਨੂੰ ਉਰੇ ਇੱਕ ਸਪੈਸ਼ਲ ਜਿਹੜਾ ਸੈਂਟਰ ਬੋਰਡ ਟਰਸਟੀ ਵਿੱਚ ਇੱਕ ਸੈਂਟਰਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਵੀ ਦੇਖਣ ਨੂੰ ਮਿਲੇਗਾ। ਠੀਕ ਹੈ, ਅਗਲਾ ਕੁਐਸਚਨ, ਸਟੇਟ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਵਿਦ ਰਿਸਪੈਕਟ ਟੂ ਦਾ ਕੋਡ ਔਨ ਓਕੂਪੇਸ਼ਨਲ ਹੈਲਥ ਐਂਡ ਵਰਕਿੰਗ ਕੰਡੀਸ਼ਨ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿਹੜੇ ਕੋਡ ਦੀ, ਓਕੂਪੇਸ਼ਨਲ ਸੇਫਟੀ ਦੀ, ਹੈਲਥ ਤੇ ਵਰਕਿੰਗ ਕੰਡੀਸ਼ਨ ਦੀ। ਤਾਂ ਜਦੋਂ ਆਪਾਂ ਇਹ ਕੋਡ ਪੜ੍ਹੇ ਸੀ ਤਾਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਮੈਨੂੰ ਦੱਸੋ ਇਹਨਾਂ ਚਾਰਾਂ 'ਚ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ। ਇਹ ਸਟੇਟਮੈਂਟ ਤੁਸੀਂ ਹੁਣ ਖੁਦ ਆਪ ਪੜ੍ਹੋ, ਹੈ ਨਾ। ਵਿੱਚ ਤੁਹਾਨੂੰ ਮੈਂ ਇੱਕ ਕੁਐਸਚਨ ਐਸਾ ਦੇਵਾਂਗਾ ਜਿਹਦੀ ਪ੍ਰੈਕਟਿਸ ਤੁਹਾਡੀ ਖੁਦ ਵੀ ਕਰਨੀ ਹੈ, ਤਾਂ ਹੀ ਤੁਸੀਂ ਮਾਈਂਡ ਚਲਾ ਪਾਓਗੇ। ਮਤਲਬ ਕਿ ਪ੍ਰੋਪਰ ਤੁਹਾਨੂੰ MCQs ਕਰਨ ਦੀ ਪ੍ਰੈਕਟਿਸ ਹੋਏਗੀ। ਕਿਹੜਾ ਸਟੇਟਮੈਂਟ ਤੁਹਾਨੂੰ ਇਸ 'ਚ ਟਰੂ ਲੱਗ ਰਿਹਾ? ਦੇਖੋ ਇਸ ਵਿੱਚ ਸਭ ਤੋਂ ਵੱਡੀ ਸਟੇਟਮੈਂਟ ਕਿਹੜੀ ਸੀ? ਸੀ ਆਪਸ਼ਨ। ਦੈਨ ਇਹ ਬਿੱਲ ਜਿਹੜਾ ਸੀ ਆਪਣਾ, ਜਿਹੜਾ ਓਕੂਪੇਸ਼ਨ ਸੇਫਟੀ ਸੀ, ਇਹ ਇੰਪਾਵਰ ਕਰਦਾ ਸੀ ਐਪਰੋਪ੍ਰੀਏਟ ਗਵਰਨਮੈਂਟ ਨੂੰ ਕਿ ਉਹ ਕਿਸੇ ਵੀ ਨਵੀਂ ਫੈਕਟਰੀ ਨੂੰ ਇਹਨਾਂ ਕੋਡ ਦੇ ਲਾਗੂ ਹੋਣ ਤੋਂ ਬਚਾਇਆ ਜਾ ਸਕਦਾ ਹੈ। ਠੀਕ ਹੈ, ਕਿਸੇ ਵੀ ਨਵੀਂ ਫੈਕਟਰੀ ਨੂੰ ਐਗਜ਼ੈਂਪਟ ਕਰ ਸਕਦਾ ਹੈ ਇਹਨਾਂ ਪ੍ਰੋਵੀਜ਼ਨਸ ਦੀਆਂ, ਜਿਹੜੇ ਕੋਡਸ ਜਿਹੜੇ ਨਵੇਂ ਲਾਗੂ ਹੋਏ ਨੇ ਉਹਨਾਂ ਤੋਂ ਲਾਗੂ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਮਝ, ਜਿਵੇਂ ਗ੍ਰੈਜੂਟੀ ਪੇ ਕਰਨੀ ਹੈ ਜਾਂ ਕੋਈ ਕੰਪਨਸੇਟ ਕਰਨਾ ਹੈ, ਜਿਹੜੇ ਨਵੇਂ ਆਪਣੇ ਜਿਹੜੇ ਕੋਡ ਆਏ ਨੇ ਜਿਸ ਵਿੱਚ ਆਪਾਂ ਨੇ ਵੈਲਫੇਅਰ ਦੀ ਗੱਲਾਂ ਆਖੀਆਂ ਨੇ। ਤਾਂ ਜੇ ਕੋਈ ਨਵੀਂ ਫੈਕਟਰੀ ਆਉਂਦੀ ਹੈ ਉਸ ਦੇ ਉੱਪਰ ਆਉਂਦੇ ਸਾਲ ਉਹਦੇ ਉੱਪਰ ਬਰਡਨ ਨਹੀਂ ਪਾਇਆ ਜਾਏਗਾ। ਤਾਂ ਐਪਰੋਪ੍ਰੀਏਟ ਗਵਰਨਮੈਂਟ ਜੇ ਚਾਹੇਗੀ ਕਿ ਕੋਈ ਵੱਡੀ ਇੰਡਸਟਰੀ ਆਪਣੇ ਉਰੇ ਭਾਰਤ 'ਚ ਲੱਗ ਰਹੀ ਹੈ ਜਾਂ ਕਿਸੇ ਵੀ ਏਰੀਆ 'ਚ ਲੱਗ ਰਹੀ ਹੈ, ਤਾਂ ਉਹਦੇ ਉੱਪਰ ਸ਼ੁਰੂਆਤੀ ਤੌਰ 'ਤੇ 1 ਤੋਂ 2 ਸਾਲ ਵਿੱਚ ਉਹਨਾਂ ਦੇ ਉੱਪਰ ਕੋਡ, ਕਿਸੇ ਵੀ ਤਰ੍ਹਾਂ ਦੇ ਕੋਡਸ ਨਹੀਂ ਲੱਗਣਗੇ। ਡਨ। ਤਾਂ ਇਹ ਜਿਹੜੀ ਇੱਕ ਤਰ੍ਹਾਂ ਦੀ ਇਹ ਜਿਹੜਾ ਬਿੱਲ ਹੈ ਇਸ ਵਿੱਚ ਇਸ ਤਰ੍ਹਾਂ ਦੇ ਪ੍ਰੋਵੀਜ਼ਨਸ ਆਖੇ ਗਏ ਸੀ, ਤਾਂ ਇਸ ਦਾ ਮਤਲਬ ਸੀ ਸਟੇਟਮੈਂਟ ਟਰੂ ਹੁੰਦੀ ਹੈ। ਓਕੇ, ਸਮਝ ਗਏ? ਉਰੇ ਪਹਿਲਾ ਆਪਸ਼ਨ ਦੇਖੋ, ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈ ਕਿਆ? ਹੁਣ ਦੱਸੋ। ਹੁਣ ਗੱਲ ਆ ਜਾਂਦੀ ਹੈ ਕਿ ਆਪਾਂ ਜਦੋਂ ਵੀ ਕੋਈ ਟਰਮ ਯੂਜ਼ ਕਰਨਾ ਹਮੇਸ਼ਾ ਐਪਰੋਪ੍ਰੀਏਟ ਗਵਰਨਮੈਂਟ ਦਾ ਨਾਮ ਯੂਜ਼ ਕਰਨਾ, ਨਾ ਕਦੀ ਸਟੇਟ ਗਵਰਨਮੈਂਟ ਦਾ, ਨਾ ਕਦੀ ਸੈਂਟਰ ਗਵਰਨਮੈਂਟ ਦਾ। ਐਪਰੋਪ੍ਰੀਏਟ ਗਵਰਨਮੈਂਟ ਕਹਿਣੀ ਹੈ ਆਪਾਂ ਨੇ ਕਿ ਐਪਰੋਪ੍ਰੀਏਟ ਗਵਰਨਮੈਂਟ, ਉਹ ਸਟੇਟ ਵੀ ਹੋ ਸਕਦੀ ਹੈ, ਸੈਂਟਰ ਵੀ ਹੋ ਸਕਦੀ ਹੈ। ਉਹ ਡਿਸਾਈਡ ਹੁੰਦਾ ਜਦੋਂ ਆਪਾਂ ਨੇ ਕਿਹੜਾ ਕੰਮ ਕਿਸ ਤੋਂ ਕਰਵਾਉਣਾ ਆਪਾਂ ਨੇ। ਠੀਕ ਹੈ, ਕਿਸ ਦੀ ਪਾਵਰ ਕਿਸ ਕੋਲ ਹੈ, ਉਹ ਆਪਾਂ ਕਿੱਥੋਂ ਡਿਸਾਈਡ ਕਰਦੇ ਹਾਂ? 246 ਆਰਟੀਕਲ ਤੇ 7 ਸ਼ਡਿਊਲ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ। ਡਨ। ਚਲੋ ਅਗਲਾ ਕੁਐਸਚਨ ਦੇਖੋ, ਕਹਿੰਦੇ ਹੈਜ਼ ਪਰ ਦਾ ਕੋਡ ਔਨ ਓਕੂਪੇਸ਼ਨਲ ਸੇਫਟੀ ਐਂਡ ਹੈਲਥ ਐਂਡ ਵਰਕਿੰਗ ਕੰਡੀਸ਼ਨ, ਫੈਕਟਰੀ ਨੂੰ ਡਿਫਾਈਨ ਕੀਤਾ ਹੋਇਆ ਇਸ ਵਿੱਚ। ਕਹਿੰਦੇ ਐਸੀ ਫੈਕਟਰੀ ਜੋ ਮੈਨੂਫੈਕਚਰਿੰਗ ਪ੍ਰੋਸੈਸ ਕਰਦੀ ਹੋਏਗੀ ਜਿਸ ਦੇ ਵਿੱਚ ਘੱਟੋ ਘੱਟ ਕਿੰਨੇ ਇੰਪਲੋਈਜ਼ ਕੰਮ ਕਰਦੇ ਹੋਣੇ ਚਾਹੀਦੇ ਨੇ? 10, 20, 30, 40 ਤੇ ਪਾਵਰ ਦਾ ਯੂਜ਼ ਕਰਦੇ ਹੋਣਗੇ। ਠੀਕ ਹੈ, ਓਕੂਪੇਸ਼ਨਲ ਸੇਫਟੀ ਐਂਡ ਵਰਕਿੰਗ ਕੰਡੀਸ਼ਨ ਵਿੱਚ ਫੈਕਟਰੀ ਦੀ ਡੈਫੀਨੇਸ਼ਨ ਜਿਹੜੀ ਦੱਸੀ ਹੋਈ ਹੈ ਉਸ ਵਿੱਚ ਉਹਨਾਂ ਨੇ ਦੱਸਿਆ ਕਿ ਜੇ ਉਹ ਪਾਵਰ ਦਾ ਯੂਜ਼ ਕਰਦੇ ਨੇ ਤੇ ਮੈਨੂਫੈਕਚਰਿੰਗ ਪ੍ਰੋਸੈਸ ਵਿੱਚ ਨੇ ਤਾਂ ਉਹਨਾਂ ਦੇ ਕੋਲ ਕਿੰਨੇ ਪਰਸਨ ਹੋਣੇ ਚਾਹੀਦੇ ਨੇ, ਤਾਂ ਹੀ ਉਹ ਫੈਕਟਰੀ ਦੀ ਡੈਫੀਨੇਸ਼ਨ 'ਚ ਆਉਣਗੇ। ਠੀਕ ਹੈ, ਉਹਦੇ ਪਾਵਰ ਦਾ ਯੂਜ਼ ਕਰ ਰਹੇ ਨੇ, ਕਿੰਨੇ ਹੋਣੇ ਚਾਹੀਦੇ ਨੇ? 10, 20, 30, 40। ਘੱਟੋ ਘੱਟ ਇੰਪਲੋਇਰਸ ਕਿੰਨੇ ਕੰਮ ਕਰਦੇ ਹੋਣੇ ਚਾਹੀਦੇ ਨੇ, ਤਾਂ ਹੀ ਉਹਨੂੰ ਆਪਾਂ ਫੈਕਟਰੀ ਦੀ ਡੈਫੀਨੇਸ਼ਨ ਦੇਵਾਂਗੇ, ਤਾਂ ਹੀ ਉਸ ਇਸਟੈਬਲਿਸ਼ਮੈਂਟ ਨੂੰ ਆਪਾਂ ਫੈਕਟਰੀ ਦੀ ਐਕਟ ਦੀ ਡੈਫੀਨੇਸ਼ਨ 'ਚ ਲਿਆਵਾਂਗੇ। ਇਹਦਾ ਆਨਸਰ ਕੀ ਆ ਜਾਏਗਾ? B ਆ ਜਾਏਗਾ। ਠੀਕ ਹੈ, ਜੇ ਆਪਾਂ ਪਾਵਰ ਦਾ ਯੂਜ਼ ਕਰ ਰਹੇ ਹਾਂ। ਜੇ ਪਾਵਰ ਦਾ ਯੂਜ਼ ਨਹੀਂ ਕਰ ਰਹੇ, ਦੱਸੋ ਮੈਨੂੰ, ਜੇ ਪਾਵਰ ਦਾ ਯੂਜ਼ ਨਹੀਂ ਕਰ ਰਹੇ ਤਾਂ ਕਿੰਨੇ ਹੋਣੇ ਚਾਹੀਦੇ? ਘੱਟੋ ਘੱਟ 40 ਵਰਕਰ ਹੋਣੇ ਚਾਹੀਦੇ ਨੇ, ਤਾਂ ਹੀ ਉਹਨੂੰ ਆਪਾਂ ਫੈਕਟਰੀ ਐਕਟ ਦੀ ਡੈਫੀਨੇਸ਼ਨ 'ਚ ਲਿਆਵਾਂਗੇ। ਤੇ ਪੁਰਾਣੇ ਕੋਡ 'ਚ ਕਿੰਨਾ ਸੀ? 10 ਵਰਕਰ ਸੀ ਜੇ ਉਹ ਪਾਵਰ ਦਾ ਯੂਜ਼ ਕਰਦੇ ਸੀ। ਜੇ ਪਾਵਰ ਦਾ ਯੂਜ਼ ਨਹੀਂ ਕਰਦੇ ਤਾਂ ਕਿੰਨੇ ਸੀ? 20 ਸੀ। ਫੈਕਟਰੀ ਐਕਟ 1948 ਦੇ ਮੁਤਾਬਿਕ 10 ਤੇ 20 ਸੀ। ਠੀਕ ਹੈ, 10 ਇੰਪਲੋਏ ਜੇ ਪਾਵਰ ਦਾ ਯੂਜ਼ ਕਰਦੇ ਨੇ, 20 ਇੰਪਲੋਏ ਜੇ ਪਾਵਰ ਦਾ ਯੂਜ਼ ਨਹੀਂ ਕਰਦੇ ਨੇ। ਇਹ ਫੈਕਟਰੀ ਦੀ ਡੈਫੀਨੇਸ਼ਨ 'ਚ ਆਉਂਦੇ ਸੀ। ਬਟ ਨਵੇਂ ਵਿੱਚ ਕੀ ਹੋ ਗਿਆ? ਨਵੇਂ ਵਿੱਚ ਚੇਂਜ ਆ ਗਿਆ। ਹੁਣ ਸਿਰਫ ਆਪਾਂ ਨੇ 20 ਤੇ 40 ਰੱਖਤਾ ਕਿ ਜੇ ਪਾਵਰ ਦਾ ਯੂਜ਼ ਕਰਦੇ ਨੇ ਤਾਂ 20 ਵਰਕਰਸ, ਠੀਕ ਹੈ,
ਤੇ ਜੇ ਪਾਵਰ ਦਾ ਯੂਜ਼ ਨਹੀਂ ਕਰਦੇ ਤਾਂ 40 ਵਰਕਰਸ। ਇਹ ਨਵੇਂ ਕੋਡ ਦੇ ਮੁਤਾਬਿਕ ਚੇਂਜ ਹੋ ਗਿਆ। ਡਨ। ਤਾਂ ਵੈਦਰ ਦਾ ਬਿੱਲ, ਅਗਲਾ ਕੁਐਸਚਨ, ਵੈਦਰ ਦਾ ਬਿੱਲ ਔਨ ਕੋਡ ਔਨ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਅਪਲਾਈਜ਼ ਟੂ ਕੰਟਰੈਕਟ ਲੇਬਰ ਇੰਗੇਜ ਥਰੂ ਦਾ ਕੰਟਰੈਕਟਰ ਇਨ ਦਾ ਆਫਿਸਿਸ ਆਫ ਦਾ ਸੈਂਟਰ ਐਂਡ ਸਟੇਟ ਗਵਰਨਮੈਂਟ। ਯੈਸ, ਨੋ, ਯੈਸ ਇਨ ਸਮ ਕੇਸਿਸ, ਨੋ ਸੱਚ ਪ੍ਰੋਵੀਜ਼ਨ ਦਾ ਕੋਡ। ਦੱਸੋ। ਕਹਿੰਦੇ ਜਿਹੜਾ ਆਪਾਂ ਨਵੇਂ ਜਿਹੜੀਆਂ ਬਿੱਲ ਆਇਆ ਆਪਣਾ ਕੋਡ ਔਨ ਓਕੂਪੇਸ਼ਨ ਸੇਫਟੀ ਹੈਲਥ ਵਰਕਿੰਗ ਕੰਡੀਸ਼ਨ, ਕਿ ਜਿਹੜੀਆਂ ਕੰਡੀਸ਼ਨਸ ਹੈ, ਜਿਹੜੀਆਂ ਹੈਲਥ ਵਰਕਿੰਗ ਦੇ ਜਿਹੜੇ ਕੋਡ ਹੈ, ਕਿਆ ਉਹ ਕੰਟਰੈਕਟ ਲੇਬਰ ਦੇ ਉੱਪਰ ਲਾਗੂ ਹੁੰਦੀਆਂ ਨੇ? ਬਸ ਇਹ ਪੁੱਛ ਰਹੇ ਹੋ। ਤੇ ਉਹ ਕੰਟਰੈਕਟ ਲੇਬਰ ਭਾਵੇਂ ਕੰਟਰੈਕਟਰ ਦੁਆਰਾ ਆਇਆ ਹੋਵੇ, ਠੀਕ ਹੈ, ਕੰਟਰੈਕਟ ਲੇਬਰ ਭਾਵੇਂ ਸੈਂਟਰ ਗਵਰਨਮੈਂਟ ਦੀ ਭਾਵੇਂ ਸਟੇਟ ਗਵਰਨਮੈਂਟ ਦੀ, ਕਿਆ ਉਸ ਦੇ ਉੱਪਰ ਇਹ ਕੰਡੀਸ਼ਨ ਲਾਗੂ ਹੋਣਗੀਆਂ? ਕਿਆ ਉਸ ਦੇ ਉੱਪਰ ਵੀ ਇਹ ਕੋਡ ਲਾਗੂ ਹੋਣਗੇ? ਕਿਆ ਕੰਟਰੈਕਟ ਲੇਬਰ ਨੂੰ ਵੀ ਰਾਈਟਸ ਮਿਲਣਗੇ? ਉਹ ਇਹ ਪੁੱਛ ਰਿਹਾ। ਇਹਦਾ ਆਨਸਰ ਹੀ ਆ ਜਾਏਗਾ ਯੈਸ। ਠੀਕ ਹੈ, ਹਾਂ, ਕੰਟਰੈਕਟ ਲੇਬਰ ਵੀ ਜਿਹੜੇ ਓਕੂਪੇਸ਼ਨਲ ਸੇਫਟੀ ਵਿੱਚ ਆਉਣਗੇ। ਡਨ। ਅਗਲਾ ਕੁਐਸਚਨ ਕਹਿੰਦੇ ਵਿਚ ਆਫ ਦਾ ਫੋਲੋਇੰਗ ਬੈਨੀਫਿਟਸ ਆਰ ਨੋਟ ਅਵੇਲੇਬਲ ਟੂ ਇੰਟਰ ਸਟੇਟ ਵਰਕਰਸ। ਧਿਆਨ ਨਾਲ ਸਮਝੋ। ਵਿਚ ਆਫ ਦੀ ਫੋਲੋਇੰਗ ਬੈਨੀਫਿਟਸ ਆਰ ਨੋਟ ਅਵੇਲੇਬਲ ਟੂ ਇੰਟਰ ਸਟੇਟ ਵਰਕਰ ਹੈਜ਼ ਪਰ ਔਨ ਦਾ ਕੋਡ ਔਨ ਇੰਡਸਟਰੀਅਲ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ। ਜਿਹੜੇ ਨਵੇਂ ਆਪਣੇ ਕੋਡ ਆਏ ਨੇ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਦੇ, ਉਸ ਵਿੱਚ ਕੁਝ ਇੰਟਰ ਸਟੇਟ ਨੂੰ ਵਰਕਰ ਨੂੰ ਬੈਨੀਫਿਟਸ ਮਿਲੇ ਹੋਏ ਨੇ। ਅਤੇ ਇਹਨਾਂ ਚਾਰਾਂ ਸਟੇਟਮੈਂਟ 'ਚ ਉਹਨੂੰ ਇੱਕ ਐਸੀ ਸਟੇਟਮੈਂਟ ਦੱਸੋ ਜੋ ਉਸ ਬੈਨੀਫਿਟ ਦਾ ਪਾਰਟ ਨਹੀਂ ਹੈ, ਜੋ ਮਤਲਬ ਉਹ ਐਸਾ ਬੈਨੀਫਿਟ ਉਸ ਨੂੰ ਨਹੀਂ ਮਿਲਿਆ ਹੋਇਆ। ਕਿਹੜਾ ਹੋ ਸਕਦਾ? ਜੇ ਤੁਹਾਨੂੰ ਬੈਨੀਫਿਟਸ ਪਤਾ ਹੈ ਤਾਂ ਤੁਸੀਂ ਆਲਰੇਡੀ ਇਸ ਵਿੱਚ ਛਾਣ ਲਓਗੇ ਕਿ ਕਿਹੜਾ ਐਸਾ ਬੈਨੀਫਿਟ ਹੈ ਜੋ ਉਹਨੂੰ ਨਹੀਂ ਮਿਲਿਆ ਹੋਇਆ। ਇਹਦੇ ਆਪਸ਼ਨਸ ਤੁਸੀਂ ਖੁਦ ਪੜ੍ਹੋ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਇੰਟਰ ਸਟੇਟ ਵਰਕਰਸ ਨੂੰ ਹਰ ਇੱਕ ਤਰ੍ਹਾਂ ਦਾ ਬੈਨੀਫਿਟ ਦੇਖਣ ਨੂੰ ਮਿਲੇਗਾ ਇਹਨਾਂ ਚਾਰੋਂ ਸਟੇਟਮੈਂਟ ਵਿੱਚ। ਤਿੰਨੋਂ ਸਟੇਟਮੈਂਟ ਵਿੱਚ। ਉਹਨੂੰ ਪਹਿਲੇ ਸਟੇਟਮੈਂਟ 'ਚ ਪਬਲਿਕ ਡਿਸਟ੍ਰੀਬਿਊਸ਼ਨ ਦਾ ਸਿਸਟਮ ਵੀ ਲੈ ਸਕਦਾ ਹੈ ਰਾਸ਼ਨ ਕਾਰਡ ਦਾ। ਦੈਨ ਉਸ ਨੂੰ ਜਿਹੜਾ ਮਤਲਬ ਬਿਲਡਿੰਗ ਅਤੇ ਕੰਸਟਰਕਸ਼ਨ ਵਰਕਰ 'ਚ ਜੇ ਉਹ ਕੰਮ ਕਰੇਗਾ ਤਾਂ ਉਹਨੂੰ ਕੁਝ ਫੰਡ ਵੀ ਮਿਲ ਸਕਦਾ ਹੈ। ਦੈਨ ਅਤੇ ਇਹਨੂੰ ਇੰਸ਼ੋਰੈਂਸ ਪ੍ਰੋਵਾਈਡਡ ਫੰਡ ਵੀ ਮਿਲ ਸਕਦੇ ਹੈ। ਦੈਨ ਇਹ ਤਿੰਨ ਤਰ੍ਹਾਂ ਦੇ ਬੈਨੀਫਿਟ ਨੂੰ ਇਸ ਸਟੇਟ ਵਰਕਰ ਇੰਟਰ ਸਟੇਟ ਵਰਕਰ ਵਿੱਚ ਦੇਖਣ ਨੂੰ ਮਿਲਣਗੇ। ਦੈਨ ਤੁਸੀਂ ਉਰੇ ਇਹ ਥੋੜ੍ਹਾ ਟੈਕਸ ਵਿੱਚ ਪ੍ਰੋਬਲਮ ਹੋਣੀ ਤਾਂ ਤੁਸੀਂ ਇਸ ਨੂੰ ਨਾਲ ਜੋੜ ਕੇ ਰੱਖਣਾ ਕਿ ਇਹਦੇ ਨਾਲ ਹੈ। ਦੈਨ ਓਕੇ, ਸਮਝ ਗਏ? ਚਲੋ ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਪਰਸਨ ਸ਼ੈਲ ਬੀ ਇੰਕਲੂਡਡ ਇਨ ਦਾ ਡੈਫੀਨੇਸ਼ਨ ਆਫ ਦੀ ਇੰਪਲੋਇਰ ਅੰਡਰ ਦੀ ਕੋਡ ਔਨ ਵੇਜਿਸ। ਹੁਣ ਮੈਨੂੰ ਦੱਸੋ ਕਿ ਜਿਹੜੇ ਆਪਣੇ ਕੋਡ ਔਨ ਵੇਜਿਸ ਪੜ੍ਹਦੇ ਹਾਂ ਆਪਾਂ, ਤਾਂ ਆਪਾਂ ਨੇ ਇੰਪਲੋਇਰ ਦੀ ਡੈਫੀਨੇਸ਼ਨ ਕਿਹਨੂੰ ਲਿੱਤਾ ਹੋਇਆ? ਕਿ ਆਪਾਂ ਨੇ ਲੀਗਲ ਰਿਪਰੈਜ਼ੈਂਟੇਟਿਵ ਨੂੰ ਲਿੱਤਾ ਹੋਇਆ ਜਿਹੜਾ ਇੰਪਲੋਇਰ ਡਿਸੀਜ਼ਡ ਹੋ ਗਿਆ, ਜਾਂ ਕੰਟਰੈਕਟ ਵਰਕਰ ਹੋ ਗਿਆ, ਜਾਂ ਬੋਥ ਏ ਐਂਡ ਬੀ? ਮੈਨੂੰ ਦੱਸੋ ਕਿਹਨਾਂ ਨੂੰ ਇਹਨਾਂ ਚਾਰਾਂ ਆਪਸ਼ਨਾਂ ਵਿੱਚੋਂ ਜਿਸ ਨੂੰ ਆਪਾਂ ਇੰਪਲੋਇਰ ਦੀ ਡੈਫੀਨੇਸ਼ਨ ਵਿੱਚ ਲਿੱਤਾ ਹੋਇਆ? ਇਹਦਾ ਆਨਸਰ ਆ ਜਾਏਗਾ ਆਪਾਂ ਨੇ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਹੁੰਦੇ ਆ ਡਿਸੀਜ਼ਡ ਇੰਪਲੋਇਰ ਦੇ, ਉਹਨੂੰ ਵੀ ਲਿੱਤਾ ਹੋਇਆ, ਕੰਟਰੈਕਟ ਵਰਕਰ ਨੂੰ ਵੀ ਲਿੱਤਾ ਹੋਇਆ। ਡਨ। ਓਕੇ, ਅਗਲਾ ਕੁਐਸਚਨ, ਹੁਣ ਜਿਹੜੇ ਆਪਾਂ ਵੇਜਿਸ ਪੇ ਕਰਦੇ ਹਾਂ, ਠੀਕ ਹੈ, ਜੇ ਆਪਾਂ ਗੱਲ ਕਰੀਏ, ਜਸਟ ਅ ਮਿੰਟ, ਇਹ ਕੁਐਸਚਨ ਗਲਤ ਤਾਂ ਨਹੀਂ ਹੈ? ਨਹੀਂ, ਉਰੇ ਤੁਸੀਂ ਨਾ ਵਰਕਰ ਕਰ ਲਓ, ਉਰੇ ਵੇਜਿਸ ਨਹੀਂ। ਉਰੇ ਪੁੱਛ ਰਹੇ ਨੇ ਕਿ ਵਰਕਰ ਕੌਣ ਹੋ ਸਕਦੇ ਨੇ? ਵਰਕਿੰਗ ਜਰਨਲਿਸਟ ਹੋ ਸਕਦੇ ਨੇ, ਐਪੀਟੈਂਸ ਨੋਟ ਕਵਰ ਅੰਡਰ ਐਪੀਟੈਂਸ ਐਕਟ ਹੋ ਸਕਦੇ ਨੇ, ਦੈਨ ਸੇਲ ਪ੍ਰਮੋਸ਼ਨ ਇੰਪਲੋਇਜ਼ ਹੋ ਸਕਦੇ ਨੇ, ਜਾਂ ਡੀ ਆਲ ਆਫ ਦੀ ਅਬਵ। ਕਿ ਵਰਕਰ ਦੀ ਡੈਫੀਨੇਸ਼ਨ ਕਿਹੜੇ ਆ ਸਕਦੇ ਨੇ? ਬਸ ਇਹ ਪੁੱਛ ਰਿਹਾ ਹਾਂ। ਦੇਖੋ ਪੂਰੇ ਵਰਕਰ ਜਰਨਲਿਸਟ ਵੀ ਵਰਕਰ ਦੀ ਡੈਫੀਨੇਸ਼ਨ 'ਚ ਆਉਣਗੇ, ਐਪੀਟੈਂਸ ਜਿਹੜੇ ਕਵਰ ਨਹੀਂ ਨੇ ਐਪੀਟੈਂਸ ਐਕਟ 1961 ਦੇ ਉਹ ਵੀ ਆ ਜਾਣਗੇ, ਸੇਲ ਪ੍ਰਮੋਸ਼ਨ ਇੰਪਲੋਇਜ਼ ਵੀ ਆ ਜਾਣਗੇ। ਦੈਨ ਅਗਲਾ ਕੁਐਸਚਨ ਕਹਿੰਦੇ ਐਨੀ ਪਰਸਨ ਹੂ ਇਜ਼ ਡਰਾਇੰਗ ਦੀ ਸੈਲਰੀ ਔਰ ਵੇਜਿਸ ਇਫ ਮੋਰ ਦੈਨ ਡੈਸ਼ ਸ਼ੈਲ ਨੋਟ ਬੀ ਟਰਮਡ ਐਜ਼ ਅ ਵਰਕਰ। ਕਹਿੰਦੇ ਹੁਣ ਜੇ ਆਪਾਂ ਨਵੇਂ ਕੋਡ ਔਨ ਵੇਜਿਸ ਪੜ੍ਹੀਏ, ਉਸ ਵਿੱਚ ਵਰਕਰ ਦੀ ਡੈਫੀਨੇਸ਼ਨ ਦਿੱਤੀ ਹੈ, ਤਾਂ ਉਸ ਵਿੱਚ ਸੈਲਰੀ ਦੀ ਥ੍ਰੈਸ਼ਹੋਲਡ ਲਿਮਿਟ ਵੀ ਲਗਾਈ ਹੈ, ਤਾਂ ਉਹਨਾਂ ਦੀ ਕਿੰਨੀ ਐਸੀ ਸੈਲਰੀ ਦੀ ਲਿਮਿਟ ਹੋਣੀ ਚਾਹੀਦੀ ਹੈ? ਜੇ ਉਸ ਤੋਂ ਜ਼ਿਆਦਾ ਵੱਧ ਹੈ ਤਾਂ ਉਹ ਵਰਕਰ ਦੀ ਡੈਫੀਨੇਸ਼ਨ 'ਚ ਨਹੀਂ ਆਉਣਗੇ। ਹੁਣ ਉਹਨਾਂ ਦੀ ਕਿੰਨੀ ਸੈਲਰੀ ਹੋਣੀ ਚਾਹੀਦੀ ਹੈ? 10,000, 18,000, 15,000, ਨਨ ਆਫ ਦੀ ਅਬਵ। ਇਹਦਾ ਆਨਸਰ ਹੀ ਆ ਜਾਏਗਾ ਆਪਣਾ, ਦੱਸੋ, ਸੀ ਆਪਸ਼ਨ ਆ ਜਾਏਗਾ, 15,000 ਆ ਜਾਏਗਾ। ਦੈਨ ਜੇ ਉਹਨੇ 15,000 ਤੋਂ ਸੈਲਰੀ ਤੋਂ ਵੱਧ ਹੈ ਤਾਂ ਵਰਕਰ ਦੀ ਡੈਫੀਨੇਸ਼ਨ ਵਿੱਚ ਨਹੀਂ ਆਉਣਗੇ। ਸਮਝ ਗਏ? ਓਕੇ, ਡਨ। ਤਾਂ ਵਰਕਰ ਦਾ ਸੈਕਸ਼ਨ ਕਿਹੜਾ ਹੈ? ਮੈਨੂੰ ਦੱਸੋ, ਵਰਕਰ ਦਾ ਸੈਕਸ਼ਨ ਕਿਹੜਾ ਹੈ? ਦੱਸੋ, ਇਹ ਤੁਹਾਡੇ ਲਈ ਹੋਮਵਰਕ ਹੈ। ਡਨ। ਓਕੇ, ਚਲੋ ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਗਵਰਨਮੈਂਟ ਸ਼ੈਲ ਫਿਕਸ ਦੀ ਫਲੋਰ ਰੇਟ
ਫਲੋਰ ਵੇਜ ਰੇਟ ਹੈਜ਼ ਪਰ ਦਾ ਕੋਡ ਔਨ ਵੇਜਿਸ। ਜਦੋਂ ਆਪਾਂ ਕੋਡ ਔਨ ਵੇਜਿਸ ਪੜ੍ਹਿਆ ਸੀ, ਤੁਹਾਨੂੰ ਮੈਂ ਦੱਸਿਆ ਸੀ ਕਿ ਇੱਕ ਮਤਲਬ ਘੱਟੋ ਘੱਟ ਮਿਨੀਮਮ ਤੁਹਾਨੂੰ ਜਿਹੜੀ ਵੇਜ ਹੈ ਮਿਲੇਗੀ, ਇਸ ਤੋਂ ਘੱਟ ਕਿੱਥੇ ਵੀ ਨਹੀਂ ਮਿਲੇਗੀ ਪੂਰੇ ਆਲ ਓਵਰ ਇੰਡੀਆ ਵਿੱਚ, ਹੈ ਨਾ। ਕਿ ਆਪਾਂ ਨੇ ਇਹ ਡਿਸਾਈਡ ਕਰ ਲਿਆ ਕਿ ਤੁਹਾਨੂੰ ਘੱਟੋ ਘੱਟ ਇੰਨੀ ਵੇਜਿਸ ਤਾਂ ਮਿਲਣੀਆਂ ਚਾਹੀਦੀਆਂ ਤੁਹਾਡੇ ਵਰਕ ਦੀਆਂ। ਉਸ ਤੋਂ ਵੱਧ ਜਿੰਨੀਆਂ ਦੇ ਸਕਦੇ ਹੋ ਉਹ ਕੋਈ ਚੰਗੀ ਗੱਲ ਹੈ, ਬਟ ਇਸ ਨਾਲੋਂ ਘੱਟ ਨਹੀਂ ਦੋਗੇ। ਤਾਂ ਜਿਹੜੀ ਇਸ ਨਾਲੋਂ ਘੱਟ ਨਹੀਂ ਦੋਗੇ ਉਸ ਨੂੰ ਆਪਾਂ ਕੀ ਆਖਿਆ ਟਰਮ ਵਿੱਚ, ਫਿਕਸ ਫਲੋਰ ਵੇਜ ਰੇਟ ਆਖਿਆ। ਤਾਂ ਇਸ ਫਿਕਸ ਫਲੋਰ ਵੇਜ ਰੇਟ ਨੂੰ ਕੌਣ ਮਤਲਬ ਫਿਕਸ ਕਰੇਗਾ, ਸਮਝ ਗਏ। ਇਸ ਫਲੋਰ ਵੇਜ ਰੇਟ ਨੂੰ ਕੌਣ ਫਿਕਸ ਕਰੇਗਾ, ਕਿਸ ਕੋਲ ਰਿਸਪੌਂਸਿਬਿਲਿਟੀ ਹੈ? ਸੈਂਟਰ ਗੌਰਮੈਂਟ ਕੋਲ, ਸਟੇਟ ਗੌਰਮੈਂਟ ਕੋਲ, ਐਪਰੋਪ੍ਰੀਏਟ ਗੌਰਮੈਂਟ ਕੋਲ, CEO ਆਫ ਦੀ ਲੋਕਲ ਅਥਾਰਟੀ ਕੋਲ? ਮੈਨੂੰ ਦੱਸੋ। ਦੇਖੋ ਇਸ ਨੂੰ ਕੌਣ ਕਰੇਗਾ? ਸੈਂਟਰ ਗੌਰਮੈਂਟ ਕਰੇਗੀ, ਕਦੀ ਸਟੇਟ ਗੌਰਮੈਂਟ ਨਹੀਂ ਕਰੇਗੀ। ਜੇ ਸਟੇਟ ਗੌਰਮੈਂਟ ਕਰਨ ਲੱਗ ਗਈ ਤਾਂ ਹਰੇਕ ਸਟੇਟ ਗੌਰਮੈਂਟ ਜਿਹੜੀ ਆਪਣੇ ਹਿਸਾਬ ਸੇ ਫਿਕਸ ਕਰੇਗੀ। ਫਿਰ ਇੱਕ ਮਤਲਬ ਯੂਨੀਵਰਸਲ ਰੇਟ ਕਿਹੜਾ ਹੋ ਸਕਦਾ? ਫਿਰ ਨਹੀਂ ਹੋ ਸਕਦਾ ਨਾ। ਸਟੇਟ ਗੌਰਮੈਂਟ ਆਪਣਾ ਕਰੇਗੀ ਤਾਂ ਇਹ ਆਪਸ਼ਨ ਆਪਣੇ ਆਪ ਹੀ ਗਲਤ ਹੋ ਗਈ। ਐਪਰੋਪ੍ਰੀਏਟ ਗੌਰਮੈਂਟ ਵੀ ਨਹੀਂ ਹੋ ਸਕਦਾ। ਐਪਰੋਪ੍ਰੀਏਟ ਗੌਰਮੈਂਟ ਸਟੇਟ ਗੌਰਮੈਂਟ ਵੀ ਆ ਜਾਂਦੀ ਹੈ ਤਾਂ ਇਹ ਆਪਸ਼ਨ ਵੀ ਗਲਤ ਹੋ ਸਕਦਾ। CEO ਲੋਕਲ ਅਥਾਰਟੀ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਤੁਸੀਂ ਸਿੱਧਾ ਹੀ ਕੱਢ ਦੋਗੇ। ਤਾਂ ਸੈਂਟਰ ਗੌਰਮੈਂਟ ਹੀ ਹੋਏਗੀ ਨਾ। ਜੇ ਉਹ ਇੱਕ ਤੈਅ ਕਰੇਗੀ ਕਿ ਪੂਰੇ ਆਲ ਓਵਰ ਇੰਡੀਆ 'ਚ ਇੰਨਾ ਦਾ ਫਿਕਸ ਫਲੋਰ ਵੇਜ ਰੇਟ ਹੋਏਗਾ, ਤੁਸੀਂ ਇਸ ਨਾਲੋਂ ਵੱਧ ਦੇ ਸਕਦੇ ਹੋ ਕਿਸੇ ਵਰਕਰ ਨੂੰ, ਮਗਰ ਇਸ ਨਾਲੋਂ ਘੱਟ ਨਹੀਂ ਦੋਗੇ। ਸਮਝ ਗਏ। ਅਗਲਾ ਕੁਐਸਚਨ, ਕੋਡ ਔਨ ਵੇਜਿਸ ਆਰ ਵਿੱਚ ਮਾਫ ਕਰਨਾ, ਕੋਡ ਔਨ ਵੇਜਿਸ ਵਾਸ ਇਨੈਕਟਿਡ ਔਨ ਵਿਚ ਆਫ ਦਾ ਫੋਲੋਇੰਗ ਡੇਟ। ਹੁਣ ਜਿਹੜੇ ਕੋਡ ਔਨ ਵੇਜਿਸ ਸੀ ਉਹ ਕਦੋਂ ਇਨੈਕਟ ਕੀਤੇ ਗਏ? ਪਹਿਲਾਂ ਤੁਸੀਂ ਮੈਨੂੰ ਦੱਸੋ, ਆਪਾਂ ਉੱਪਰ ਪੜ੍ਹਿਆ ਉਹਦੇ ਵਿੱਚ 28 ਸਤੰਬਰ 2019 ਨੂੰ ਆਪਾਂ ਨੇ ਕਿਹੜਾ ਐਕਟ ਲਗਾਇਆ ਸੀ, ਕਿਹੜਾ ਕੋਡ ਪਾਸ ਕੀਤਾ ਸੀ? ਕਹਿਣ ਦਾ ਭਾਵ ਇਹ ਤੁਹਾਡੇ ਲਈ ਕੁਐਸਚਨ ਹੈ ਕਿਉਂਕਿ ਆਪਾਂ ਉੱਪਰ ਕਰਕੇ ਆਏ ਹਾਂ। ਹੁਣ ਤੁਸੀਂ ਉਰੇ ਦੱਸੋ ਮੈਨੂੰ, ਕੋਡ ਔਨ ਵੇਜਿਸ ਕਦੋਂ, ਕਿਸੇ ਡੇਟ ਨੂੰ ਆਪਾਂ ਨੇ ਲਾਗੂ ਕੀਤੇ ਸੀ? ਇਹ ਆਪਾਂ ਲਾਗੂ ਕੀਤੇ ਸੀ ਕਦੋਂ? 8 ਅਗਸਤ 2019 ਨੂੰ ਲਾਗੂ ਕੀਤੇ ਸੀ। ਦੈਨ ਅਗਲਾ ਕੁਐਸਚਨ, ਹੁਣ ਕਹਿੰਦੇ ਵਿਚ ਆਫ ਦਾ ਫੋਲੋਇੰਗ ਐਕਟ ਇਜ਼ ਅ ਪਾਰਟ ਆਫ ਦ ਕੋਡ ਔਨ ਵੇਜਿਸ। ਜਦੋਂ ਆਪਾਂ ਕੋਡ ਔਨ ਵੇਜਿਸ ਪੜ੍ਹੇ ਸੀ ਤਾਂ ਇਹਨਾਂ 'ਚ ਚਾਰਾਂ ਵਿੱਚ ਦੱਸੋ ਮੈਨੂੰ ਕਿਹੜੇ ਐਕਟ ਇਸ ਦਾ ਹਿੱਸਾ ਬਣੇ। ਹੁਣ ਤੁਹਾਨੂੰ ਪਹਿਲਾਂ ਤਾਂ ਵੇਜਿਸ ਨਾਲ ਰਿਲੇਟਿਡ ਐਕਟ ਯਾਦ ਆ ਜਾਣੇ ਚਾਹੀਦੇ ਆ, ਠੀਕ ਹੈ। ਤੁਹਾਨੂੰ ਚਾਰਟ ਕਰਾਇਆ ਸੀ, ਯਾਦ ਹੈ ਚਾਰਟ ਕਰਾਇਆ ਸੀ ਨਾ, ਜਿਸ ਵਿੱਚ ਤੁਹਾਨੂੰ ਮੈਂ ਪੂਰਾ ਦੱਸਿਆ ਸੀ ਕਿਹੜੇ ਐਕਟ ਦੇ ਵਿੱਚ ਇਨਕਲੂਡ ਨੇ। ਤਾਂ ਤੁਸੀਂ ਮੈਨੂੰ ਦੱਸੋ ਵੇਜਿਸ ਰਿਲੇਟਿਡ ਇਸ 'ਚੋਂ ਕਿਹੜੇ ਐਕਟ ਆਉਣਗੇ? ਪੇਮੈਂਟ ਆਫ ਬੋਨਸ ਐਕਟ ਆਏਗਾ, ਮਹੀਨੇ ਵੇਜਿਸ ਐਕਟ ਆਏਗਾ, ਇਕੁਅਲ ਰੈਮੂਨੇਸ਼ਨ ਐਕਟ ਆਏਗਾ? ਦੱਸੋ ਮੈਨੂੰ। ਦੇਖੋ ਇਹ ਸਾਰੇ ਜਿਹੜੇ ਐਕਟ ਨੇ ਵੇਜਿਸ ਨਾਲ ਹੀ ਰਿਲੇਟਿਡ ਨੇ, ਤਾਂ ਇਹ ਸਾਫ਼ ਕਾਮਨ ਲੱਗਦਾ ਆਪਾਂ ਨੂੰ ਕਿ ਇਹ ਸਾਰੇ ਐਕਟ ਇਸ ਦੇ ਅੰਡਰ ਇੰਕਲੂਡ ਹੋਣਗੇ। ਦੈਨ ਅਗਲਾ ਕੁਐਸਚਨ, ਵਿਚ ਆਫ ਦਾ ਟਾਈਮ ਪੀਰੀਅਡ ਫॉर ਡਿਸਪੋਜ਼ਲ ਆਫ ਅਪੀਲ ਵਿਦ ਦਾ ਐਪੀਲੇਟ ਅਥਾਰਟੀ ਐਜ਼ ਔਨ ਕੋਡ ਔਨ ਵੇਜਿਸ? ਦੱਸੋ ਮੈਨੂੰ। ਇਹਦਾ ਆਨਸਰ ਕੀ ਆਏਗਾ ਆਪਣਾ? 3 ਮਹੀਨੇ। ਦੈਨ ਓਕੇ। ਅਗਲਾ ਕੁਐਸਚਨ ਦੇਖੋ, ਕਹਿੰਦੇ ਹੂ ਸ਼ੈਲ ਪ੍ਰਿਸਾਈਡ ਓਵਰ ਦੀ ਟ੍ਰਿਬੂਨਲ where the bench of the tribunal consists of one judicial member, one administrative member as per the code and legislation? ਹੁਣ ਦੱਸੋ, ਜਿਹੜਾ ਆਪਣੇ ਟ੍ਰਿਬੂਨਲ ਤਿਆਰ ਹੁੰਦੇ ਨੇ ਉਸ ਵਿੱਚ ਇੱਕ ਜੁਡੀਸ਼ੀਅਲ ਮੈਂਬਰ ਹੈ, ਇੱਕ ਐਡਮਿਨਿਸਟ੍ਰੇਟਿਵ ਮੈਂਬਰ ਹੈ। ਤਾਂ ਉਸ ਟ੍ਰਿਬੂਨਲ ਨੂੰ, ਠੀਕ ਹੈ, ਕੌਣ ਪ੍ਰਿਸਾਈਡ ਕਰੇਗਾ? ਜੁਡੀਸ਼ੀਅਲ ਮੈਂਬਰ ਕਰੇਗਾ, ਐਡਮਿਨਿਸਟ੍ਰੇਟਿਵ ਮੈਂਬਰ ਕਰੇਗਾ, ਜਾਂ ਐਨੀ ਆਫ ਦੀ A ਔਰ B, ਨਨ ਆਫ ਦੀ ਅਬਵ? ਦੱਸੋ ਮੈਨੂੰ। ਕੌਣ ਕਰੇਗਾ? ਜੁਡੀਸ਼ੀਅਲ ਮੈਂਬਰ ਹੀ ਕਰੇਗਾ ਪ੍ਰਿਸਾਈਡ। ਉਸੀ ਜਿਹੜੀ ਬੈਂਚ ਬਣੇਗੀ ਟ੍ਰਿਬੂਨਲ ਦੀ ਉਸ ਵਿੱਚ ਜੁਡੀਸ਼ੀਅਲ ਮੈਂਬਰ ਹੀ ਕਰੇਗਾ। ਓਕੇ। ਅਗਲਾ ਕੁਐਸਚਨ, ਕਹਿੰਦੇ ਅਕੋਰਡਿੰਗ ਟੂ ਦਾ ਕੋਡ ਔਨ ਇੰਡਸਟਰੀ ਰਿਲੇਸ਼ਨਸ ਸਬਸਿਸਟੈਂਸ ਅਲਾਊਂਸ ਪੇਬਲ ਟੂ ਅ ਵਰਕਰ ਵੇਅਰ ਐਨੀ ਇਨਕੁਆਇਰੀ ਔਰ ਇਨਵੈਸਟੀਗੇਸ਼ਨ ਪੈਂਡਿੰਗ ਅਗੇਂਸਟ ਹਿਮ ਸ਼ੈਲ ਬੀ -% ਆਫ ਹਿਸ ਫਸਟ 90 ਡੇਜ਼। ਮੰਨ ਲਓ ਉਸ ਨੂੰ ਸਸਪੈਂਡ ਕੀਤਾ ਜਾਂ ਉਹਦੇ ਉੱਪਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤਾਂ ਉਸ ਦੌਰਾਨ ਉਹ ਕੰਮ ਤਾਂ ਕਰ ਨਹੀਂ ਰਿਹਾ। ਹੁਣ ਕੁਝ ਉਹਨੂੰ ਸਬਸਿਸਟੈਂਸ ਅਲਾਊਂਸ ਤਾਂ ਦੋਗੇ ਨਾ, ਕੋਈ ਐਸਾ ਅਲਾਊਂਸ ਜਿਹਦੇ ਨਾਲ ਆਪਣਾ ਘਰ ਬਾਰ ਚਲਾ ਸਕੇ, ਬੇਸਿਕ ਚੀਜ਼ਾਂ ਪੂਰੀਆਂ ਕਰ ਸਕੇ। ਤਾਂ ਜਿਹੜਾ ਅਲਾਊਂਸ ਮਿਲੇਗਾ ਉਸ ਨੂੰ, ਠੀਕ ਹੈ, ਜਿਹੜਾ ਅਲਾਊਂਸ ਮਿਲੇਗਾ ਉਹਨੂੰ ਆਪਣੇ ਕਿੰਨਾ ਮਿਲੇਗਾ? ਉਹਨੂੰ ਕਿੰਨੇ % ਮਿਲੇਗਾ? ਉਹਨੂੰ ਆਪਣੇ ਵੇਜਿਸ ਦਾ ਕਿੰਨੇ % ਮਿਲੇਗਾ ਉਸ ਨੂੰ? 50%, 75%, 60%, ਨਨ ਆਫ ਦੀ ਅਬਵ? ਕਿੰਨਾ ਮਿਲੇਗਾ ਉਸ ਨੂੰ? 50% ਮਿਲੇਗਾ। ਡਨ। ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਗ੍ਰੀਵਨੈਸ ਰਿਡਰਸਲ ਕਮੇਟੀ? ਜੇ ਆਪਾਂ ਗ੍ਰੀਵਨੈਸ ਰਿਡਰਸਲ ਕਮੇਟੀ ਨੂੰ ਦੇਖੀਏ ਕੋਡ ਔਨ ਡੈਸਟੀਲੇਸ਼ਨ ਦੇ ਮੁਤਾਬਿਕ, ਡਨ, ਤਾਂ ਇਸ 'ਚੋਂ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗਦੀ ਹੈ? ਕਿਆ ਉਸ ਗ੍ਰੀਵਨੈਸ ਰਿਡਰਸਲ ਕਮੇਟੀ ਵਿੱਚ ਤੁਹਾਨੂੰ ਇਕੁਅਲ ਨੰਬਰ ਆਫ ਮੈਂਬਰਸ ਦੇਖਣ ਨੂੰ ਮਿਲਦੇ ਨੇ ਇੰਪਲੋਇਡ ਅਤੇ ਵਰਕਰ ਵਿੱਚ? ਕਿਆ ਉਸ ਵਿੱਚ ਤੁਹਾਨੂੰ ਇੱਕ ਚੇਅਰਮੈਨ ਦੇਖਣ ਨੂੰ ਮਿਲਦਾ ਜੋ ਇੰਡੀਪੈਂਡੈਂਟ ਹੁੰਦਾ, ਅਤੇ ਉਸ ਵਿੱਚ ਟੋਟਲ ਮੈਂਬਰ ਕਿਆ 20 ਹੁੰਦੇ ਨੇ? ਡੀ ਆਲ ਆਫ ਦੀ ਅਬਵ? ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ? ਦੱਸੋ ਮੈਨੂੰ। ਇਹਦਾ ਆਨਸਰ ਕੀ ਆਏਗਾ ਆਪਣਾ?
ਇਹ ਆਪਸ਼ਨ ਆ ਜਾਏਗਾ। ਇਸ ਵਿੱਚ ਸਾਨੂੰ ਇਕੁਅਲ ਨੰਬਰ ਆਫ ਮੈਂਬਰਸ ਦੇਖਣ ਨੂੰ ਮਿਲਦੇ ਨੇ ਇੰਪਲੋਇਡ ਤੇ ਵਰਕਰ ਦੇ। ਡਨ। ਜਿਹੜੀ ਗਰੀਵੈਂਸ ਰਿਡੈਕਸ਼ਨ ਕਮੇਟੀ ਹੈ, ਸਭ ਤੋਂ ਪਹਿਲੇ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਕੁਅਲ ਨੰਬਰ ਆਫ ਮੈਂਬਰ ਤੇ ਦੇਖਣ ਨੂੰ ਮਿਲਦੇ ਨੇ ਇੰਪਲੋਇਡ ਤੇ ਇੰਪਲੋਈਜ਼ ਵਿੱਚ। ਡਨ। ਉਸ ਤੋਂ ਇਲਾਵਾ ਇੱਕ ਚੇਅਰਪਰਸਨ ਵੀ ਹੁੰਦਾ ਹੈ। ਡਨ। ਜੋ ਜਿਹੜੇ ਆਪਣੇ ਇੰਪਲੋਇਡ ਤੇ ਇੰਪਲੋਈ ਖੁਦ ਸਿਲੈਕਟ ਕਰਦੇ ਨੇ ਕਿ ਕੌਣ ਹੋਣਾ ਚਾਹੀਦਾ ਹੈ। ਅਤੇ ਜਿਹੜੇ ਟੋਟਲ ਮੈਂਬਰਸ ਨੇ ਇਸ ਵਿੱਚ ਗਰੀਵੈਂਸ ਰਿਡੈਕਸ਼ਨ ਕਮੇਟੀ ਵਿੱਚ ਸਿਰਫ 10 ਦੇਖਣ ਨੂੰ ਮਿਲਦੇ ਨੇ, 10 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਡਨ। ਮਤਲਬ ਮੈਕਸਿਮਮ 10 ਹੋ ਸਕਦੇ ਨੇ। ਅਗਲਾ ਕੁਐਸਚਨ, ਵਟ ਇਜ਼ ਦ ਡੈਫੀਨੇਸ਼ਨ ਐਵਰੇਜ ਆਫ ਐਵਰੇਜ ਪੇ ਹੈਜ਼ ਪਰ ਦਾ ਕੋਡ ਔਨ ਇੰਡਸਟਰੀਏਸ਼ਨ। ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਡੇਲੀ ਪੇਡ ਵਰਕਰ ਨੇ ਉਹਨਾਂ ਦੀ ਜਿਹੜੀ ਐਵਰੇਜ ਪੇ ਦੀ ਡੈਫੀਨੇਸ਼ਨ ਕਿਆ ਹੈ। ਦੇਖੋ ਆਪਸ਼ਨ ਕਿਆ ਹੈ ਉਹਦੀ, ਐਵਰੇਜ ਆਫ 10 ਡੇਜ਼, ਐਵਰੇਜ ਆਫ 12 ਡੇਜ਼, ਐਵਰੇਜ 15 ਡੇਜ਼, 30 ਡੇਜ਼। ਦੱਸੋ ਮੈਨੂੰ। ਆਪਾਂ ਜੋ ਨਵਾਂ ਕੋਡ ਔਨ ਇੰਡਸਟਰੀਏਸ਼ਨ ਪੜ੍ਹਦੇ ਹਾਂ ਉਸ ਵਿੱਚ ਡੇਲੀ ਪੇਡ ਵਰਕਰ ਨੇ ਤਾਂ ਉਹਨਾਂ ਦੀ ਜਿਹੜੀ ਐਵਰੇਜ ਪੇ ਕਿੰਨੀ ਹੋ ਸਕਦੀ ਹੈ। ਆਪਾਂ ਉਹਨਾਂ ਦੀ ਜਦੋਂ ਐਵਰੇਜ ਪੇ ਕੈਲਕੂਲੇਟ ਕਰਾਂਗੇ ਡੇਲੀ ਪੇਡ ਵਰਕਰ ਦੀ ਕਿਸ ਹਿਸਾਬ ਸਿਰ ਕਰਾਂਗੇ। ਐਵਰੇਜ ਆਫ 10 ਡੇਜ਼ ਲਵਾਂਗੇ, ਐਵਰੇਜ ਆਫ 12 ਡੇਜ਼ ਲਵਾਂਗੇ, 15 ਡੇਜ਼ ਲਵਾਂਗੇ, 13 ਡੇਜ਼ ਲਵਾਂਗੇ। ਇਹਦਾ ਆਂਸਰ ਆ ਜਾਏਗਾ ਆਪਾਂ ਐਵਰੇਜ ਆਫ 12 ਡੇਜ਼ ਲਵਾਂਗੇ। ਠੀਕ ਹੈ। ਅਗਲਾ ਕੁਐਸਚਨ, ਡੈਸ਼ ਵਰਕਰਸ ਆਰ ਦੋਸ ਹੂ ਅਸੈਸ ਦੀ ਆਰਗੇਨਾਈਜੇਸ਼ਨ ਔਰ ਇੰਡੀਵਿਜੂਅਲ ਥਰੂ ਐਨ ਆਨਲਾਈਨ ਪਲੇਟਫਾਰਮ or provide the service or solve the specific problems has on the code on social security। ਹੁਣ ਫਿਰ ਆ ਗਈ ਗੱਲ ਕੋਡ ਔਨ ਸੋਸ਼ਲ ਸਿਕਿਉਰਿਟੀ ਵਿੱਚ ਕੋਈ ਐਸੇ ਵਰਕਰਾਂ ਦੀ ਗੱਲ ਕੀਤੀ ਹੈ ਜੋ ਮਤਲਬ ਕੀ ਨਾਮ ਹੈ ਆਨਲਾਈਨ ਪਲੇਟਫਾਰਮ ਦੁਆਰਾ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਅਤੇ ਕੋਈ ਸਪੈਸੀਫਿਕ ਪ੍ਰੋਬਲਮ ਸੋਲਵ ਕਰਦੇ ਨੇ। ਅਤੇ ਐਸਿਆਂ ਨੂੰ ਆਪਾਂ ਕੀ ਆਖਦੇ ਹਾਂ, ਐਸੇ ਵਰਕਰਾਂ ਨੂੰ ਆਪਾਂ ਕੀ ਆਖਦੇ ਹਾਂ। ਗਿਗ ਵਰਕਰ, ਪਲੇਟਫਾਰਮ ਵਰਕਰ, ਨਾਰਮਲ ਵਰਕਰ, ਨਨ ਆਫ ਦੀ ਅਬਵ। ਇਹਨਾਂ ਨੂੰ ਆਪਾਂ ਕੀ ਆਖਦੇ ਹਾਂ ਦੱਸੋ। ਇਹਨਾਂ ਨੂੰ ਆਪਾਂ ਪਲੇਟਫਾਰਮ ਵਰਕਰ ਆਖਦੇ ਹਾਂ ਜੋ ਆਨਲਾਈਨ ਪਲੇਟਫਾਰਮ 'ਚ ਆ ਰਹੇ ਨੇ। ਡਨ। ਜੋ ਆਨਲਾਈਨ ਪਲੇਟਫਾਰਮ 'ਚ ਆ ਰਹੇ ਨੇ, ਸਮਝ ਗਏ। ਤਾਂ ਜੇ ਆਪਾਂ ਗੱਲ ਕਰੀਏ ਤਾਂ ਇਸੇ ਬਿੱਲ ਵਿੱਚ ਗੌਰਮੈਂਟ ਨੇ ਕੁਝ ਨੋਟੀਫਾਈ ਕੀਤੀਆਂ ਸਕੀਮ ਜੋ ਅਨਆਰਗਨਾਈਜ਼ ਸੈਕਟਰਸ ਨੇ, ਜਿਵੇਂ ਹੋਮ ਬੇਸ ਵਰਕਰ ਹੋ ਗਏ, ਸੈਲਫ ਇੰਪਲੋਇਡ ਵਰਕਰ ਹੋ ਗਏ, ਉਸ ਤੋਂ ਇਲਾਵਾ ਗਿਗ ਵਰਕਰ ਹੋ ਗਏ, ਪਲੇਟਫਾਰਮ ਵਰਕਰ ਹੋ ਗਏ। ਇੱਕ ਤਰੀਕੇ ਨਾਲ ਅਨਆਰਗਨਾਈਜ਼ ਨੇ, ਟ੍ਰੈਡੀਸ਼ਨਲ ਵਰਕਰ 'ਚ ਨਹੀਂ ਜੁੜੇ ਹੋਏ, ਸਮਝ ਗਏ। ਜਿਸ ਵਿੱਚ ਆਪਾਂ ਨੂੰ ਗਿਗ ਵਰਕਰ ਦਾ ਸਾਫ਼ ਦੇਖਣ ਨੂੰ ਮਿਲ ਜਾਂਦਾ ਹੈ ਕਿ ਉਹ ਆਊਟਸਾਈਡ ਆਫ ਟ੍ਰੈਡੀਸ਼ਨਲ ਇੰਪਲੋਇਡਸ ਨੇ। ਦੈਨ ਪਲੇਟਫਾਰਮ ਵਰਕਰ ਕਿਤੇ ਨਾ ਕਿਤੇ ਸਾਨੂੰ ਆਰਗੇਨਾਈਜੇਸ਼ਨ ਨਾਲ ਜੁੜੇ ਦੇਖਣ ਨੂੰ ਮਿਲਦੇ ਨੇ। ਦੈਨ ਉਹਨਾਂ ਨੂੰ ਆਪਾਂ ਆਊਟਸਾਈਡ ਤੋਂ ਮਤਲਬ ਨਹੀਂ ਲੈ ਸਕਦੇ। ਠੀਕ ਹੈ। ਮਤਲਬ ਉਹਨਾਂ ਨੂੰ ਆਪਾਂ ਇੱਕ ਤਰ੍ਹਾਂ ਨਾਲ ਟ੍ਰੈਡੀਸ਼ਨਲ ਇੰਪਲੋਇਡ ਦੀ ਆਊਟਸਾਈਡ ਤੋਂ ਨਹੀਂ ਲੈ ਸਕਦੇ, ਉਹ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ। ਗਿਗ ਵਰਕਰ ਐਸੇ ਹੁੰਦੇ ਨੇ ਜੋ ਪ੍ਰੋਪਰਲੀ ਟ੍ਰੈਡੀਸ਼ਨਲ ਇੰਪਲੋਇਡ ਇੰਪਲੋਇਡ ਰਿਲੇਸ਼ਨਸ਼ਿਪ 'ਚ ਨਹੀਂ ਆਉਂਦੇ, ਤਾਂ ਉਹਨਾਂ ਲਈ ਕੁਝ ਸਕੀਮਸ ਲਾਗੂ ਹੁੰਦੀਆਂ ਜਿਨ੍ਹਾਂ ਵਿੱਚੋਂ ਤੁਹਾਨੂੰ ਮੈਂ ਉੱਪਰ ਸਮਝਾਇਆ ਸੀ। ਐਗਰੀਗੇਟਰ ਬਾਰੇ ਦੱਸਿਆ ਸੀ ਨਾ ਕਿ ਇੱਕ ਪੂਰਾ ਫੰਡ ਬਣਦਾ, ਫੰਡ ਵਿੱਚ ਕੌਣ ਕੰਟਰੀਬਿਊਸ਼ਨ ਕਰਦਾ, ਸਟੇਟ ਕਰਦੀ ਹੈ, ਸੈਂਟਰਲ ਕਰਦੀ ਹੈ। ਠੀਕ ਹੈ। ਅਤੇ ਐਗਰੀਗੇਟਰ ਕਰਦੇ ਨੇ, ਉਸ ਵਿੱਚ ਨੋ ਸਰਵਿਸਿਸ ਵੀ ਦੱਸੀਆਂ ਸੀ ਤੁਹਾਨੂੰ ਮੈਂ। ਡਨ। ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸ਼ੈਲ ਬੀ ਕੰਟਰੀਬਿਊਟਡ ਟੂ ਦਾ ਫੰਡ ਆਫ ਅਨਆਰਗਨਾਈਜ਼ਡ ਵਰਕਰਸ। ਦੱਸੋ ਮੈਨੂੰ। ਹੁਣ ਆ ਗਈ ਨਾ ਗੱਲ। ਹੁਣ ਅਨਆਰਗਨਾਈਜ਼ਡ ਵਰਕਰਸ ਐਜ਼ ਔਨ ਦਾ ਨਿਊ ਕੋਡ ਔਨ ਸੋਸ਼ਲ ਸਿਕਿਉਰਿਟੀ ਦੇ ਮੁਤਾਬਿਕ ਤਾਂ ਉਹਨਾਂ ਨੂੰ ਜਿਹੜਾ ਫੰਡ ਬਣਾਇਆ ਜਾਏਗਾ ਉਸ ਵਿੱਚ ਕੰਟਰੀਬਿਊਟਰ ਕੌਣ ਹੋਏਗਾ। ਸੈਂਟਰ ਗੌਰਮੈਂਟ ਹੋਏਗੀ, ਸਟੇਟ ਗੌਰਮੈਂਟ ਹੋਏਗੀ, ਐਗਰੀਗੇਟਰ ਹੋਏਗਾ, ਡੀ ਆਲ ਆਫ ਦੀ ਅਬਵ ਹੋਏਗਾ। ਇਹਦਾ ਆਂਸਰ ਕੀ ਹੋਏਗਾ ਮੈਨੂੰ ਦੱਸੋ। ਇਹਦਾ ਆਂਸਰ ਕੀ ਹੋਏਗਾ, ਤਿੰਨੋਂ ਆਉਣਗੇ ਇਸ ਵਿੱਚ। ਠੀਕ ਹੈ। ਕਿੰਨੇ ਆਉਣਗੇ, ਤਿੰਨੋਂ ਹੀ ਆਉਣਗੇ। ਡਨ। ਓਕੇ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਹੈਜ਼ ਪਰ ਦਾ ਕੋਡ ਔਨ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨਸ। ਜਿਹੜਾ ਆਪਣਾ ਕੋਡ ਹੈ ਮਤਲਬ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ 2020 ਫੈਕਟਰੀ ਨੂੰ ਡਿਫਾਈਨ ਕੀਤਾ ਹੈ। ਤਾਂ ਫੈਕਟਰੀ ਵਿੱਚ ਕਿੰਨੇ ਇੰਪਲੋਈ ਵਰਕਰ ਕੰਮ ਕਰਦੇ ਹੋਣੇ ਚਾਹੀਦੇ ਨੇ ਜੇ ਉਹ ਵਿਦਆਊਟ ਪਾਵਰ ਦਾ ਯੂਜ਼ ਨਹੀਂ ਕਰ ਰਹੇ। ਪਹਿਲੇ ਪਾਵਰ ਦਾ ਯੂਜ਼ ਕਰ ਰਹੇ ਸੀ ਤਾਂ ਉਹ ਮੈਂ ਤੁਹਾਨੂੰ ਕਰਾਇਆ ਸੀ। ਹੁਣ ਜੇ ਪਾਵਰ ਦਾ ਯੂਜ਼ ਨਹੀਂ ਕਰ ਰਹੇ ਤਾਂ ਨਵੇਂ ਕੋਡ ਦੇ ਮੁਤਾਬਿਕ ਕਿੰਨੇ ਵਰਕਰ ਕੰਮ ਕਰਦੇ ਹੋਣੇ ਚਾਹੀਦੇ ਨੇ, ਤਾਂ ਹੀ ਉਹਨੂੰ ਆਪਾਂ ਫੈਕਟਰੀ ਦੀ ਡੈਫੀਨੇਸ਼ਨ 'ਚ ਲਵਾਂਗੇ। 10, 20, 30, 40। ਇਹਦਾ ਆਂਸਰ ਕੀ ਆ ਜਾਏਗਾ ਆਪਣਾ ਦੱਸੋ। ਡੀ ਆਂਸਰ ਆ ਜਾਏਗਾ ਨਾ, ਹੈ ਨਾ। 40 ਆ ਜਾਣਗੇ। ਅਤੇ ਜੇ ਪਾਵਰ ਦਾ ਯੂਜ਼ ਕਰਦੇ ਨੇ, ਜੇ ਪਾਵਰ ਯੂਜ਼ ਕਰਦੇ ਨੇ ਕਿੰਨੇ ਆਉਣਗੇ, 20 ਆਉਣਗੇ। ਡਨ। ਅਗਲਾ ਕੁਐਸਚਨ, ਦ ਵੇਜਿਸ ਫॉर ਓਵਰ ਟਾਈਮ ਵਰਕ ਸ਼ੈਲ ਨੋਟ ਬੀ ਲੈਸ ਦੈਨ ਡੈਸ਼ ਐਸ ਪਰ ਦਾ ਕੋਡ ਔਨ ਵੇਜਿਸ। ਜਿਹੜੇ ਆਪਣੇ ਨਵੇਂ ਕੋਡ ਆਏ ਨੇ ਉਸ ਵਿੱਚ ਜੇ ਕੋਈ ਓਵਰ ਟਾਈਮ ਵਰਕ ਕਰਦਾ ਤਾਂ ਉਹਨੂੰ ਕਿੰਨਾ ਰੇਟ ਮਿਲੇਗਾ। ਟਵਾਈਸ ਦੀ ਨਾਰਮਲ ਰੇਟ ਆਫ ਵੇਜਿਸ, 1.5 ਟਾਈਮਸ ਆਫ ਦੀ ਨਾਰਮਲ ਰੇਟ ਆਫ ਵੇਜਿਸ, ਥਰਾਈਸ ਦਾ ਨਾਰਮਲ ਰੇਟ ਆਫ ਵੇਜਿਸ, ਨਨ ਆਫ ਦੀ ਅਬਵ। ਇਹਦਾ ਆਂਸਰ ਕੀ ਆ ਜਾਏਗਾ ਆਪਣਾ ਦੱਸੋ ਮੈਨੂੰ। ਇਹ ਆਪਸ਼ਨ ਆ ਜਾਏਗਾ। ਠੀਕ ਹੈ। 2 ਗੁਣਾ ਮਿਲੇਗਾ ਤੁਹਾਨੂੰ ਪੈਸਾ, ਨਾਰਮਲ ਰੇਟ ਆਫ ਵੇਜਿਸ ਦਾ 2 ਗੁਣਾ ਮਿਲੇਗਾ। ਅਗਲਾ ਕੁਐਸਚਨ, ਦ ਪੇਮੈਂਟ ਆਫ ਵੇਜਿਸ ਬਾਏ ਐਨ ਇੰਪਲੋਇਰ ਮੇ ਨੋਟ ਬੀ ਡਨ ਵਿਦ ਵਿਚ ਆਫ ਦਾ ਫੋਲੋਇੰਗ ਮੋਡਸ ਹੈਜ਼ ਔਨ ਕੋਡ ਔਨ ਵੇਜਿਸ। ਜਦੋਂ ਆਪਾਂ ਨਵੇਂ ਕੋਡ ਔਨ ਵੇਜਿਸ ਪੜ੍ਹੇ ਸੀ, ਜਦੋਂ ਵੀ ਆਪਾਂ ਇੰਪਲੋਈ ਜਿਹੜਾ ਹੈ ਪੈਸੇ ਲਏਗਾ, ਆਪਣੀ ਸੈਲਰੀ ਲਏਗਾ, ਆਪਣੇ ਕੰਮ ਕਰਨ ਦੇ ਜਿਹੜੇ ਪੈਸੇ ਲਏਗਾ, ਉਹ ਕਿਸ ਮੋਡ ਦੁਆਰਾ ਲੈ ਸਕਦਾ ਸੀ, ਉਹ ਤੁਹਾਨੂੰ ਮੈਂ ਦੱਸਿਆ ਸੀ। ਦੈਨ ਤਾਂ ਉਸੀ ਮੋਡ ਬਾਰੇ ਗੱਲ ਕੀਤੀ ਹੈ
कि ऐसा ਕਿਹੜਾ ਮੋਡ ਹੈ ਜੋ ਇਸ ਕੋਡ ਔਨ ਵੇਜਿਸ ਵਿੱਚ ਗੱਲ ਨਹੀਂ ਆਖੇਗੀ ਕਿ ਤੁਸੀਂ ਇਸ ਮੋਡ ਦੁਆਰਾ ਤਾਂ ਪੈਸਾ ਦੇ ਹੀ ਨਹੀਂ ਸਕਦੇ। ਉਹ ਕਿਹੜਾ ਮੋਡ ਹੋ ਸਕਦਾ ਹੈ? ਕਰੰਸੀ ਕੋਇਨ ਦਾ, ਕਰੰਸੀ ਨੋਟਸ ਦਾ, ਇਲੈਕਟ੍ਰੋਨਿਕ ਮੋਡ ਦਾ, ਇਨ ਕਾइंड ਦਾ। ਇਹ ਤਾਂ ਬਹੁਤ ਆਸਾਨ ਕੁਐਸਚਨ ਹੈ। ਜੇ ਤੁਹਾਨੂੰ ਧਿਆਨ ਨਾਲ ਪੜ੍ਹਿਆ ਤਾਂ ਤੁਹਾਨੂੰ ਪਤਾ ਹੋਏਗਾ ਇਸ ਦੇ ਬਾਰੇ। ਜੇ ਨਹੀਂ ਵੀ ਪੜ੍ਹਿਆ ਤੁਹਾਨੂੰ ਇਸ ਦੁਆਰਾ ਤੁਹਾਨੂੰ ਆਪਣੀ ਗਲਤੀਆਂ ਪਤਾ ਲੱਗ ਜਾਣਗੀਆਂ। ਐਗਜ਼ਾਮ ਤੋਂ ਪਹਿਲੇ ਕੋਈ ਚੱਕਰ ਨਹੀਂ ਹੈ, ਤਾਂ ਵੀ ਇਹਨੂੰ ਪੋਜ਼ਿਟਿਵ 'ਚ ਹੀ ਲੈਣਾ ਆਪਾਂ ਨੇ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਦੱਸੋ। ਡੀ, ਇਨ ਕਾइंड ਵਿੱਚ ਕਦੀ ਨਹੀਂ ਹੋ ਸਕਦਾ। ਹਮੇਸ਼ਾ ਤੁਹਾਨੂੰ ਜਾਂ ਤਾਂ ਕਰੰਸੀ ਕੋਇਨ ਦੁਆਰਾ ਪੇ ਕਰੋਗੇ, ਕਰੰਸੀ ਨੋਟਸ ਦੁਆਰਾ ਪੇ ਕਰੋਗੇ। ਡਨ, ਓਕੇ। ਜਾਂ ਆਪਾਂ ਉਸਨੂੰ ਕਿਸ ਦੁਆਰਾ ਪੇ ਕਰਾਂਗੇ? ਇਲੈਕਟ੍ਰੋਨਿਕ ਮੋਡ ਦੁਆਰਾ ਪੇ ਕਰਾਂਗੇ। ਡਨ, ਚੈੱਕ ਵੀ ਦੇ ਸਕਦੇ ਹੋ। ਅਗਲਾ ਕੁਐਸਚਨ, ਇਹ ਆਨਸਰ ਦਿਖ ਹੀ ਗਿਆ। ਚਲੋ ਹੁਣ ਮੈਨੂੰ ਦੱਸੋ ਇਸ ਵਿੱਚ ਕੋਡ ਔਨ ਵੇਜਿਸ ਵਿੱਚ ਕਿਹੜਾ ਇਸ ਦਾ ਹਿੱਸਾ ਨਹੀਂ ਬਣ ਰਿਹਾ? ਮੈਨੂੰ ਦੱਸੋ। ਚਲੋ ਮੈਨੂੰ ਦੱਸ ਦਿਓ, ਕੋਡ ਔਨ ਵੇਜਿਸ ਵਿੱਚ ਕਿਹੜਾ ਐਕਟ ਹੈ ਜੋ ਇਹਦਾ ਹਿੱਸਾ ਨਹੀਂ ਬਣ ਰਿਹਾ? ਮਤਲਬ ਇਸ ਐਕਟ ਦੇ ਅੰਡਰ ਸਬਸਿਊਮ ਨਹੀਂ ਹੋ ਰਿਹਾ। ਕਿਹੜਾ ਹੋਏਗਾ? ਪੇਮੈਂਟ ਆਫ ਗ੍ਰੈਜੂਟੀ ਐਕਟ ਹੋਏਗਾ। ਡਨ। ਅਗਲਾ ਕੁਐਸਚਨ, ਦ ਵਰਕਰ, ਠੀਕ ਹੈ, ਦ ਵਰਕ ਆਫ ਐਨ ਐਸਟੈਬਲਿਸ਼ਮੈਂਟ ਸ਼ੈਲ ਨੋਟ ਬੀ ਡੀਮਡ ਟੂ ਬੀ intermittent nature if it was performed for dash in the preceding 12 months as per the Contract Labour Regulation Abolition Act 1970। ਦੱਸੋ ਮੈਨੂੰ। ਇਹਦਾ ਆਪਸ਼ਨ ਦੇਖ ਲਓ, more than 120 days, more than 180 days, more than 90 days, more than 60 days। ਕਹਿੰਦੇ ਐਸੇ ਕਿਹੜੇ ਵਰਕ ਨੂੰ ਆਪਾਂ ਇੰਟਰਮੀਟੈਂਟ ਨੇਚਰ ਦਾ ਨਹੀਂ ਮੰਨਾਂਗੇ ਜੇ ਉਹ ਕੰਮ ਪਿਛਲੇ 12 ਮਹੀਨਿਆਂ ਵਿੱਚ ਕਿੰਨੇ ਦਿਨ ਪਰਫੋਰਮ ਕੀਤੇ ਹੋ ਜਾਣਾ ਚਾਹੀਦਾ, ਉਹਨੂੰ ਆਪਾਂ ਇੰਟਰਮੀਟੈਂਟ ਨੇਚਰ ਦਾ ਨਹੀਂ ਮੰਨਾਂਗੇ। ਦੱਸੋ ਮੈਨੂੰ। ਮੋਰ ਦੈਨ 120 ਡੇਜ਼, ਮੋਰ ਦੈਨ 180 ਡੇਜ਼, ਮੋਰ ਦੈਨ 90 ਡੇਜ਼, ਮੋਰ ਦੈਨ 60 ਡੇਜ਼। ਦੱਸੋ। ਇਹ ਹੋ ਜਾਏਗਾ ਆਪਣਾ ਆਨਸਰ ਮੋਰ ਦੈਨ 120 ਡੇਜ਼। ਕਿੰਨਾ? ਮੋਰ ਦੈਨ 120 ਡੇਜ਼। ਅਗਲਾ ਕੁਐਸਚਨ, ਕਹਿੰਦੇ ਐਨ ਇੰਪਲੋਇਰ ਔਰ ਵਰਕਰ ਐਗਰੀਵਡ ਬਾਈ ਐਨੀ ਆਰਡਰ ਮੇਡ ਬਾਈ ਐਨ ਅਥਾਰਟੀ ਅਪੋਇੰਟਡ ਬਾਈ ਸੈਂਟਰ ਗੌਰਮੈਂਟ ਫॉर द पर्पस ऑफ hearing and deciding the complaints with regard to the contravention of the any provision of the Equal Remuneration Act may prefer the appeal within dash days। ਦੱਸੋ ਮੈਨੂੰ। 15, 20, 25, 30। ਹੁਣ ਜੇ ਕੋਈ ਵੀ ਕੰਟਰਵੈਂਸ਼ਨ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਕਿਸੇ ਵੀ ਇਕੁਅਲ ਰੈਮੂਨਰੇਸ਼ਨ ਐਕਟ ਨੂੰ ਲੈ ਕੇ, ਦੈਨ ਤਾਂ ਉਸ ਦੀ ਅਪੀਲ ਤੁਸੀਂ ਕਿੰਨੇ ਦਿਨਾਂ 'ਚ ਕਰ ਸਕਦੇ ਹੋ? ਇਹਦਾ ਆਨਸਰ ਕੀ ਆ ਜਾਏਗਾ ਆਪਣਾ? 30 ਦਿਨਾਂ ਦੇ ਅੰਦਰ। ਡਨ, ਓਕੇ। ਅਗਲਾ ਦੇਖੋ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ ਦ ਡਿਫੈਕਟ ਇਨ ਦ ਕਨਸਟੀਟਿਊਸ਼ਨ ਔਰ ਪ੍ਰੋਸੀਡਿੰਗ ਇਨ ਦ ਵਿਜੀਲੈਂਸ ਕਮੇਟੀ ਹੈਜ਼ ਪਰ ਦ ਬੌਂਡ ਲੇਬਰ ਅਬੋਲਿਸ਼ਨ ਐਕਟ। ਦੱਸੋ ਮੈਨੂੰ। ਆਪਸ਼ਨ ਦੇਖੋ, ਆਪ ਪੜ੍ਹੋ ਆਪਸ਼ਨ। ਪਹਿਲਾਂ ਕੁਐਸਚਨ ਸਮਝੋ ਧਿਆਨ ਨਾਲ, ਕਹਿਣਾ ਕੀ ਚਾਹ ਰਿਹਾ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ ਦ ਡਿਫੈਕਟ ਇਨ ਦ ਕਨਸਟੀਟਿਊਸ਼ਨ ਔਰ ਪ੍ਰੋਸੀਡਿੰਗ ਇਨ ਦ ਵਿਜੀਲੈਂਸ ਕਮੇਟੀ ਹੈਜ਼ ਪਰ ਦ ਬੌਂਡ ਲੇਬਰ ਅਬੋਲਿਸ਼ਨ ਐਕਟ। ਦੱਸੋ ਮੈਨੂੰ। ਹੁਣ ਜੇ ਕੋਈ ਡਿਫੈਕਟ ਦੇਖਣ ਨੂੰ ਮਿਲ ਰਿਹਾ ਕਨਸਟੀਟਿਊਸ਼ਨ ਜਾਂ ਕੋਈ ਪ੍ਰੋਸੀਡਿੰਗ ਵਿੱਚ, ਤਾਂ ਇਹਨਾਂ ਚਾਰਾਂ ਸਟੇਟਮੈਂਟ 'ਚੋਂ ਕਿਹੜੀ ਸਟੇਟਮੈਂਟ ਟਰੂ ਹੋ ਸਕਦੀ ਹੈ? ਜੇ ਆਪਾਂ ਦੇਖੀਏ ਕਿ ਇਸ ਕਨਸਟੀਟਿਊਸ਼ਨ 'ਚ ਡਿਫੈਕਟ ਹੈ ਜਾਂ ਇਸ ਵਿਜੀਲੈਂਸ ਕਮੇਟੀ ਦੀ ਪ੍ਰੋਸੀਡਿੰਗ ਵਿੱਚ ਡਿਫੈਕਟ ਹੈ, ਉਸ ਨੂੰ ਧਿਆਨ 'ਚ ਰੱਖਦੇ ਹੋਇਆ ਇਹਨਾਂ ਚਾਰਾਂ ਸਟੇਟਮੈਂਟ 'ਚ ਮੈਨੂੰ ਦੱਸੋ ਕਿਹੜੀ ਸਟੇਟਮੈਂਟ ਤੁਹਾਨੂੰ ਟਰੂ ਲੱਗ ਰਹੀ ਹੈ। ਇਹਦਾ ਆਨਸਰ ਆ ਜਾਏਗਾ ਸੀ। ਓਕੇ। ਕਹਿੰਦੇ ਨੇ ਜਿਹੜੀਆਂ ਪ੍ਰੋਸੀਡਿੰਗ ਚੱਲਦੀਆਂ ਨਾ ਆਪਣੀ ਅਬੋਲਿਸ਼ਨ ਨਾਲ ਰਿਲੇਟਿਡ, ਤਾਂ ਉਸ ਪ੍ਰੋਸੀਡਿੰਗ ਵਿੱਚ ਕਦੀ ਉਸ ਨੂੰ ਰੁਕਾਵਟ ਨਹੀਂ ਹੋਏਗੀ ਜੇ ਤੁਹਾਡੇ ਕਨਸਟੀਟਿਊਸ਼ਨ 'ਚ ਡਿਫੈਕਟ ਹੈ, ਉਹ ਰੁਕੇਗੀ ਹੀ ਨਹੀਂ। ਕਹਿੰਦੇ ਦ ਪ੍ਰੋਸੀਡਿੰਗ ਸ਼ੈਲ ਨੋਟ ਅਫੈਕਟਡ ਬਾਈ ਐਨੀ ਡਿਫੈਕਟ ਇਨ ਦ ਕਨਸਟੀਟਿਊਸ਼ਨ ਔਰ ਪ੍ਰੋਸੀਡਿੰਗ। ਡਨ। ਅਗਲਾ ਕੁਐਸਚਨ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦੀ ਇੰਟਰਨੈਸ਼ਨਲ ਪ੍ਰੋਗਰਾਮ ਔਨ ਐਲੀਮੀਨੇਸ਼ਨ ਆਫ ਚਾਈਲਡ ਲੇਬਰ ਐਂਡ ਫੋਰਸ ਲੇਬਰ। ਦੱਸੋ ਮੈਨੂੰ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ? ਜੇ ਆਪਾਂ ਨੇ ਕੀ ਕਰਨਾ ਹੈ? ਐਲੀਮੀਨੇਟ ਕਰਨਾ ਚਾਈਲਡ ਲੇਬਰ ਨੂੰ ਅਤੇ ਫੋਰਸ ਲੇਬਰ ਨੂੰ। ਉਹਦੇ ਲਈ ਆਪਾਂ ਨੇ ਇੰਟਰਨੈਸ਼ਨਲ ਪ੍ਰੋਗਰਾਮ ਚਲਾਇਆ ਤਾਂ ਉਸਦੇ ਰਿਗਾਰਡਿੰਗ ਸਟੇਟਮੈਂਟ ਪੁੱਛੀ ਹੈ, ਤਾਂ ਉਹਦੇ ਨਾਲ ਕੀ ਕੀਤਾ ਗਿਆ ਹੋਣਾ? ਪਹਿਲੀ ਸਟੇਟਮੈਂਟ ਕਹਿੰਦੀ ਕਿ ਫਲੈਗਸ਼ਿਪ ਪ੍ਰੋਗਰਾਮ ਚਲਾਇਆ ਗਿਆ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ, ਹੈ ਨਾ। ਜਾਂ ਦੂਜਾ ਕਿਹਾ ਗਿਆ ਕਿ IPEC ਪਲੱਸ ਜਿਹੜੀ ਡਿਵੈਲਪਿੰਗ ਕਟਿੰਗ ਐਜ ਟੂਲਸ ਐਂਡ ਪੋਲਿਸੀ ਪ੍ਰਿਸਕ੍ਰਿਪਸ਼ਨਸ ਟੂ ਐਲੀਮੀਨੇਟ ਦੀ ਆਲ ਫਾਰਮ ਆਫ ਦੀ ਚਾਈਲਡ ਲੇਬਰ ਬਾਈ 2025।
ਕਿ ਇਸ ਤਰ੍ਹਾਂ ਦੀ ਕੁਝ ਐਕਟੀਵਿਟੀਜ਼ ਕੀਤੀਆਂ ਗਈਆਂ। ਦੋਨੋਂ ਸਟੇਟਮੈਂਟ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿਹੜੀ ਸਟੇਟਮੈਂਟ ਤੁਹਾਨੂੰ ਟਰੂ ਲੱਗ ਰਹੀ ਹੈ, ਪਹਿਲੀ, ਦੂਜੀ, ਦੋਨੋਂ ਜਾਂ ਕੋਈ ਵੀ ਨਹੀਂ। ਇਹਦਾ ਆਨਸਰ ਆ ਜਾਏਗਾ ਆਪਣਾ ਕੀ ਆ ਜਾਏਗਾ, ਬੀ ਆਪਸ਼ਨ ਆ ਜਾਏਗਾ। ਯਾਨੀ ਕਿ ਸਿਰਫ ਇਕੱਲੀ ਦੂਜੀ ਸਟੇਟਮੈਂਟ ਟਰੂ ਹੈ, ਪਹਿਲੀ ਨਹੀਂ ਟਰੂ ਹੈਗੀ। ਡਨ, ਓਕੇ। ਸੋ ਇਸ ਦੇ ਰਿਗਾਰਡਿੰਗ ਜੇ ਆਪਾਂ ਗੱਲ ਆਖੀਏ ਕਿ ਇਸ ਵਿੱਚ ਜਿਹੜਾ ਫਲੈਕਸਿੰਗ ਪ੍ਰੋਗਰਾਮ ਹੈ, ਜਿਹੜਾ ਆਪਾਂ ਨੇ ਇੰਟਰਨੈਸ਼ਨਲ ਪ੍ਰੋਗਰਾਮ ਚਲਾਇਆ ਹੈ, ਜਿਸ ਵਿੱਚ ਆਪਾਂ ਨੇ ਕਿਹਾ ਕਿ ਆਪਾਂ ਚਾਈਲਡ ਲੇਬਰ ਨੂੰ ਖਤਮ ਕਰਨਾ, ਫੋਰਸ ਲੇਬਰ ਨੂੰ ਖਤਮ ਕਰਨਾ, ਇਹ ਕਿਸ ਦਾ ਨਹੀਂ ਹੈ, ਕਿਸ ਦਾ ਹੈ? ਮਤਲਬ ਕਹਿਣ ਦਾ ਭਾਵ ਜੇ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦਾ ਨਹੀਂ ਹੈ ਤਾਂ ਕਿਸ ਦਾ ਹੋਏਗਾ? ਸੋਚੋ, ਧਿਆਨ 'ਚ ਲਿਆਓ। ਇਹ ਪ੍ਰੋਗਰਾਮ ਹੈਗਾ ਆਪਣਾ ILO ਦਾ। ਡਨ, ਕਦੀ ਵੀ ਦਿਮਾਗ ਵਿੱਚ ਆਇਓ ਨਾ, ਇਹ ILO ਦਾ ਹੋਏਗਾ ਹਮੇਸ਼ਾ। ਜੇ ਆਪਸ਼ਨ 'ਚ ਕਦੀ ਮਿਲੇ ਵੀ ਤੁਹਾਨੂੰ ਆਪੇ ਰਿਕਾਰਡਿੰਗ ਹੋ ਜਾਣੀ ਚਾਹੀਦੀ ਹੈ ਕਿ ਆਪਾਂ ਜਦੋਂ ਫੈਕਟਰੀ ਦੀ ਗੱਲਾਂ ਆਖਦੇ ਹਾਂ ਤਾਂ ਸਭ ਤੋਂ ਵੱਡੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਿਹੜੀ ਹੈ? ILO ਹੈ, ਠੀਕ ਹੈ, ਜੋ ਲੇਬਰ ਦੇ ਰਾਈਟਸ ਦੀ ਗੱਲਾਂ ਆਖਦੀ ਹੈ। ਡਨ, ਓਕੇ। ਕਹਿੰਦੇ ਮੋਡਲ ਸਟੈਂਡਿੰਗ ਆਰਡਰ ਸ਼ੈਲ ਅਪਲਾਈ ਫੋਰ ਦੀ, ਚਲੋ ਇਹ ਤਾਂ ਆਨਸਰ ਦਿਖ ਗਿਆ ਤੁਹਾਨੂੰ, ਇਹ ਤੁਹਾਡੇ ਲਈ ਹੋਮਵਰਕ ਹੈ, ਇਸ ਨੂੰ ਤੁਸੀਂ ਖੁਦ ਸਮਝਣਾ ਹੈ, ਠੀਕ ਹੈ। ਅਤੇ ਜੇ ਕੋਈ ਪ੍ਰੋਬਲਮ ਆਏ ਤੁਸੀਂ ਮੈਨੂੰ ਪੁੱਛਣਾ ਹੈ, ਕਮੈਂਟ ਸੈਕਸ਼ਨ 'ਚ ਪੁੱਛਣਾ ਹੈ, ਠੀਕ ਹੈ। ਜੇ ਤੁਹਾਨੂੰ ਸਮਝ ਆ ਗਿਆ ਤਾਂ ਅੱਛੀ ਗੱਲ ਹੈ, ਇਹ ਤੁਹਾਡੇ ਲਈ ਕੁਐਸਚਨ। ਡਨ, ਚਲੋ ਅਗਲਾ ਕੁਐਸਚਨ ਕਹਿੰਦੇ ਇੰਪਲੋਈ ਸਟੇਟ ਇੰਸ਼ੋਰੈਂਸ ਐਕਟ ਵਾਸ ਇਨੈਕਟਡ ਵਿਚ ਆਫ ਦਾ ਫੋਲੋਇੰਗ ਡੇ। ਜਿਹੜਾ ਆਪਣਾ ਇੰਪਲੋਈ ਸਟੇਟ ਇੰਸ਼ੋਰੈਂਸ ਐਕਟ ਹੈ ਕੀਤਾ 1948 'ਚ ਕੀਤਾ ਗਿਆ, ਬਟ ਕਿਹੜੀ ਡੇਟ ਨੂੰ? 19 ਅਪ੍ਰੈਲ, 23 ਜੂਨ, 13 ਮਾਰਚ, none of the above। ਇਹਦਾ ਆਨਸਰ ਆ ਜਾਏਗਾ ਆਪਣਾ ਡੀ, none of the above। ਸੋਰੀ, ਮਾਫ ਕਰਨਾ, 19 ਅਪ੍ਰੈਲ 1948 ਜਿਹੜਾ ਇਹ ਐਕਟ ਮਤਲਬ ਇਨੈਕਟ ਕੀਤਾ ਗਿਆ ਸੀ। ਡਨ, ਸੋ ਅੱਜ ਜਿਹੜੇ ਕੁਐਸਚਨ ਆਪਾਂ ਕਾਫੀ ਅੱਛੇ ਪੜ੍ਹੇ ਨੇ, ਹੈ ਨਾ, ਘੱਟੋ ਘੱਟ ਆਪਾਂ 20 ਕੁਐਸਚਨ ਦਾ ਕੀਤੇ, 30-40 ਕੁਐਸਚਨ। ਸੋ ਥੈਂਕ ਯੂ ਵੈਰੀ ਮੱਚ। ਜਿਹੜੇ ਤੁਹਾਨੂੰ ਹੋਮਵਰਕ ਦਿੱਤੇ ਨੇ, 2-3 ਹੋਮਵਰਕ ਦਿੱਤੇ ਨੇ ਤੁਹਾਨੂੰ, ਉਹ ਤੁਸੀਂ ਜ਼ਰੂਰ ਕਰਕੇ ਆਉਣੇ ਨੇ। ਡਨ, ਓਕੇ, ਚਲੋ ਥੈਂਕ ਯੂ।